ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੈਰੀ ਪਵਣਾ ਆਪਣਾ ਦੂਸਰਾ ਐਪੀਸੋਡ। ਇਹ ਪੈਰੀ ਪਵਣਾ ਜਿਹੜਾ ਹੈ ਇਹਦੇ ਅਰਥ ਜਿਹੜੇ ਹਨ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਣਾ, ਗੁਰਸਿੱਖਾਂ ਦੇ ਚਰਨਾਂ ਤੇ ਮੱਥਾ ਟੇਕਣਾ ਜਾਂ ਬਾਉਇੰਗ ਡਾਊਨ ਔਨ ਦ ਫੀਟ ਆਫ ਦ ਗੁਰੂ ਐਂਡ ਗੁਰਸਿੱਖਸ। ਤੇ ਇਹ ਜਿਹੜਾ ਪੈਰੀ ਪਵਣਾ ਇੱਕ ਮਹਾਰਾਜ ਦੀ ਜਿਹੜਾ ਹਨ ਬਹੁਤ ਇੰਪੋਰਟੈਂਟ, ਇਟਸ ਵੈਰੀ ਵੈਰੀ ਇੰਪੋਰਟੈਂਟ ਫॉर ਅ ਗੁਰਸਿੱਖ। ਤੇ ਵਾਈ ਇਜ਼ ਇਟ ਇੰਪੋਰਟੈਂਟ, we are going to examine that in this episode today. Now first of all, kyun charan? Now the body limbs, we have all the limbs on our body, but why feet is given all the honor that the forehead has to go and touch the feet. ਫਿਰ ਹੁੰਦਾ ਹੈ which feet are great, ਹੁੰਦੇ ਜਿਹੜੇ ਕਿਹੜੇ ਚਰਨ ਜਿਹੜੇ ਹਨ ਉਹ ਮਹਾਨ ਹਨ। ਤੀਜਾ, ਗੁਰੂ ਮਹਾਰਾਜ ਦੀ ਗੁਰਮਤ ਜਿਹੜੀ ਹੈ ਉਹਦੀ ਪ੍ਰੈਕਟਿਸ ਜਿਹੜੀ ਹੈ, ਗੁਰੂ ਮਹਾਰਾਜ ਦੀ ਮਰਿਆਦਾ ਰੌ ਰੀਤੀ ਜਿਹੜੀ ਹੈ ਉਹ ਗੁਰਮਤ ਦੀ ਕੀ ਹੈ। ਫਿਰ ਜਿਹੜਾ ਅਗਲੇ ਚੀਜ਼ ਹੈ ਕਿ ਇਹ ਚਰਨ ਨੂੰ ਇੰਨੀ ਇੰਪੋਰਟੈਂਸ ਕਿਉਂ ਦਿੱਤੀ ਹੈ, ਕਿਉਂ ਚਰਨਾਂ ਨੂੰ ਮਨਾਈਏ, ਕਿਉਂ ਜਿਹੜਾ ਹਨ ਕਿਉਂ। ਦੇਖੋ ਗੁਰਬਾਣੀ 'ਚ ਵੀ ਕਿੰਨੇ ਸ਼ਬਦ ਆਉਂਦੇ ਨੇ ਜਿੱਥੇ ਚਰਨਾਂ ਨੂੰ ਪੂਜਣਾ ਲਿਖਿਆ ਹੈ, ਜਿੱਥੇ ਚਰਨਾਂ 'ਤੇ ਡਿੱਗਣਾ ਹੀ ਚੰਗਾ ਮੰਨਿਆ ਹੈ। ਫਿਰ ਆਪਾਂ ਭਾਈ ਗੁਰਦਾਸ ਦੀ ਸਾਖੀ ਨੂੰ ਐਗਜ਼ਾਮਿਨ ਕਰਾਂਗੇ। ਉਹਨਾਂ ਦੀ ਸਾਖੀ ਤੋਂ ਆਪਾਂ ਇਹ ਪਤਾ ਕਰਾਂਗੇ, ਦੇਖੋ ਭਾਈ ਗੁਰਦਾਸ ਵਰਗਿਆਂ ਨੇ ਜਿਨ੍ਹਾਂ ਨੇ ਆਪਣੇ ਵਾਰਾਂ ਤੇ ਕਵਿਤ ਵਿੱਚ ਚਰਨਾਂ ਦਾ ਬਹੁਤ ਜ਼ਿਆਦਾ ਉਸਤਤ ਲਿਖੀ ਹੈ ਤੇ ਇੱਥੋਂ ਤੱਕ ਕਿ ਮੈਂਡੇਟਰੀ ਕੀਤਾ ਹੈ ਵੀ ਇੱਕ ਸਿੱਖ ਨੂੰ ਪੈਰਾਂ ਤੇ ਪੈਣਾ ਇਹ ਬਹੁਤ ਜਿਹੜਾ ਹਨ ਮਹਾਨ ਕਾਰਜ ਹੈ। ਫਿਰ ਅਗਲਾ ਜਿਹੜਾ ਹੈ ਵੀ ਜਿਹੜੇ ਚਰਨਾਂ ਤੇ ਨਹੀਂ ਵੀ ਪੈਂਦੇ, ਜਿਹੜੇ ਮੁਨਕਰ ਹਨ, ਜਿਹੜੇ ਕਹਿੰਦੇ ਵੀ ਨਹੀਂ ਚਰਨਾਂ ਤੇ ਪੈਣਾ, ਅਸੀਂ ਨੀਵੇਂ ਕਿਉਂ ਹੋਈਏ, ਅਸੀਂ ਵੱਡੇ ਰਹਿਣਾ ਹੈ, ਉਹਨਾਂ ਵਾਸਤੇ ਕੀ ਗੁਰੂ ਮਹਾਰਾਜ ਦਾ ਹੁਕਮ ਹੈ ਉਹ ਵੀ ਆਪਾਂ ਦੇਖਾਂਗੇ। ਹੁਣ ਅਗਲੀ ਜਿਹੜੀ ਗੱਲ ਹੈ ਕਿ ਮਹਾਰਾਜ ਨੇ ਦੇਖੋ ਇਹ ਚਰਨ ਜਿਹੜੇ ਨੇ ਇਹ ਸਭ ਤੋਂ ਸਰੀਰ ਵਿੱਚ ਸਭ ਤੋਂ ਨੀਵੇਂ ਥਾਂ 'ਤੇ ਨੇ। ਬਾਕੀ ਸਿਰ ਹੈ ਜਿਹੜਾ ਹਨ ਆਪਣੇ ਦੂਜੇ ਹੱਥ ਪੈਰ ਨੇ ਇਹ ਸਾਰੇ ਉੱਤੇ ਨੇ, ਪਰ ਚਰਨ ਜਿਹੜੇ ਨੇ ਇਹ ਸਭ ਤੋਂ ਨੀਵੇਂ ਨੇ ਤੇ ਇਹਨਾਂ ਨੂੰ ਸਭ ਤੋਂ ਗੰਦਾ ਵੀ ਮੰਨਿਆ ਹੈ ਵੀ ਹਰ ਇੱਕ ਥਾਂ 'ਤੇ ਧੂੜ ਵੀ ਇਹਨਾਂ ਨੂੰ ਹੀ ਲੱਗਦੀ ਹੈ। ਇਹ ਵੀ ਜਿਹੜਾ ਹਨ ਚੰਗੇ ਮੰਦੇ ਥਾਵਾਂ 'ਤੇ ਤੁਰ ਕੇ ਜਾਂਦੇ ਹਨ। ਪਰ ਹੁਣ ਚਰਨਾਂ ਦੇ ਨਾਲ ਜਿਹੜਾ ਹੈ ਇੱਕ ਨਿਮਰਤਾ ਦਾ ਪ੍ਰਤੀਕ ਹੈ ਵੀ ਨਿਮਰਤਾ ਜਿਹੜੀ ਹੈ ਇਹ ਵੀ ਚਰਨਾਂ ਵਰਗੀ ਹੋਈ ਹੈ, ਕਿਉਂਕਿ ਨਿਮਰਤਾ ਜਾਂ ਜਿਹੜੀ ਹਨ ਹਿਊਮਿਲਿਟੀ ਜਿਹੜੀ ਹੁੰਦੀ ਹੈ ਇਹ ਵੀ ਜਿਹੜਾ ਆਪਣੇ ਆਪ ਨੂੰ ਨੀਵਾਂ ਕਰਨਾ। ਫਿਰ ਇਹ ਜਿਹੜੀ ਹਨ ਇਹ ਨਿਮਰਤਾ ਤੋਂ ਅੱਗੇ ਆਪਾਂ ਨੂੰ ਕੀ ਮਿਲਦਾ, ਆਪਣਾ ਹੰਕਾਰ ਤੇ ਮਾਣ ਜਿਹੜਾ ਇਹ ਦੂਰ ਹੁੰਦਾ ਹੈ। ਇਹਨੂੰ ਦੂਰ ਕਰਨਾ ਹੈ ਇਹ ਮਾਣ ਹੰਕਾਰ ਨੂੰ। ਜਦੋਂ ਮਾਣ ਤੇ ਹੰਕਾਰ ਦੂਰ ਹੋ ਜਾਂਦਾ, ਇੱਕ ਸਭ ਤੋਂ ਵੱਡੀ ਜਿਹੜੀ ਬਿਮਾਰੀ ਹੈ ਜਿਹਦਾ ਕੋਈ ਵੀ ਇਲਾਜ ਨਹੀਂ ਹੈ, ਅਨਕਿਉਰੇਬਲ ਹੈ, ਉਹ ਜਿਹੜੀ ਬਿਮਾਰੀ ਕੀ ਹੈ ਉਹ ਹਉਮੈ ਹੈ। ਹਉਮੈ ਦਾ ਮਤਲਬ ਕੀ ਹੈ ਵੀ ਮੈਂ ਹਾਂ। ਹੁਣ ਜਿੱਥੇ ਪਰਮਾਤਮਾ ਹੈ ਆਪਾਂ ਕਹਿੰਦੇ ਵੀ ਮੈਂ ਵੀ ਹਾਂ, ਆਪਣੀ ਹੋਂਦ ਨੂੰ ਆਪਣੀ ਐਗਜ਼ਿਸਟੈਂਸ ਨੂੰ ਆਪਾਂ ਕਲੇਮ ਕਰਦੇ ਹਾਂ। ਇਹ ਹਉਮੈ ਜਿਹੜੀ ਹੈ ਇਹ ਨਹੀਂ ਕਿਤੇ ਵੀ ਜਾਂਦੀ। ਇਹ ਹਉਮੈ ਕਰਕੇ ਵੀ ਆਪਾਂ ਨੂੰ ਸਵਰਗਾਂ ਨਰਕਾਂ ਵਿੱਚ ਜਾਣਾ ਪੈਂਦਾ ਹੈ, ਪੁਨਰ ਜਨਮ ਜਾਂ ਜਿਹੜਾ ਹੈ ਰੀਇਨਕਾਰਨੇਸ਼ਨ ਸਾਈਕਲ ਵਿੱਚ ਆਪਾਂ ਨੂੰ ਜਾਣਾ ਪੈਂਦਾ ਹੈ। ਹੁਣ ਜਦੋਂ ਤੱਕ ਇਹ ਹਉਮੈ ਹੁੰਦੀ ਹੈ ਉਦੋਂ ਤੱਕ ਆਪਾਂ ਹੁਕਮ ਦੀ ਪਹਿਚਾਣ ਨਹੀਂ ਕਰਦੇ। ਮਹਾਰਾਜ ਨੇ ਬਚਨ ਕੀਤਾ, ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਵੀ ਜਿਹੜਾ ਹਨ ਹੁਕਮ ਤੋਂ ਬਾਹਰ ਨਹੀਂ ਹੈ। ਹੁਣ ਇਹ ਹੁਕਮ ਤੋਂ ਕੋਈ ਖਾਲੀ ਨਹੀਂ ਰਹਿ ਸਕਦਾ, ਕੋਈ ਬਾਹਰ ਨਹੀਂ ਹੋ ਸਕਦਾ ਤੇ ਇਹ ਹੁਕਮ ਦੀ ਪਹਿਚਾਣ ਉਦੋਂ ਆਵੇਗੀ ਜਦੋਂ ਇਹ ਹਉਮੈ ਆਪਣੇ ਵਿੱਚੋਂ ਚਲੀ ਗਈ। ਤੇ ਗੁਰਸਿੱਖ ਜਿਹੜੇ ਹਨ ਉਹ ਹਮੇਸ਼ਾ ਹੀ ਆਪਣੇ ਆਪ ਨੂੰ ਮੁਰਦਾ ਸਮਝਣ, ਮੁਰਦਾ ਹੋਏ ਮਰੀਦ। ਇਹੀ ਗੱਲ ਜਿਹੜੀ ਭਾਈ ਗੁਰਦਾਸ ਨੇ ਵਾਰ-ਵਾਰ ਰਿਪੀਟ ਕੀਤੀ ਆਪਣੀ ਵਾਰ ਤੇ ਕਵਿਤਾ ਦੇ ਵਿੱਚ ਕਿ ਇੱਕ ਸਿੱਖ ਮੁਰਦਾ ਚਾਹੀਦਾ ਹੈ। ਹੁਣ ਜਿਹੜਾ ਮੁਰਦਾ ਹੋਵੇ ਨਾ ਉਹ ਆਪਣੇ ਆਪ ਵਿੱਚ ਕੁਝ ਨਹੀਂ ਕਰ ਸਕਦਾ, ਉਹਦਾ ਹਰ ਕਾਰਜ ਦੂਜਿਆਂ ਨੂੰ ਕਰਨਾ ਪੈਂਦਾ ਹੈ। ਉਹ ਇੱਕ ਹੱਥ ਵੀ ਨਹੀਂ ਉਠਾ ਸਕਦਾ, ਇੱਕ ਉਂਗਲੀ ਤੱਕ ਨਹੀਂ ਉਹ ਉਠਾ ਸਕਦਾ, ਕਿਉਂਕਿ ਉਹਦੇ ਵਿੱਚ ਜਾਨ ਕੋਈ ਨਹੀਂ ਹੁੰਦੀ। ਤੇ ਇਸੇ ਤਰ੍ਹਾਂ ਹੀ ਜਦੋਂ ਕੋਈ ਸਿੱਖ ਕੋਈ ਜਿਹੜਾ ਹੈ ਸੇਵਕ ਮੁਰਦਾ ਹੁੰਦਾ ਹੈ ਨਾ, ਉਹ ਆਪਣੇ ਆਪ 'ਚ ਕੁਝ ਨਹੀਂ ਰਹਿ ਜਾਂਦਾ, ਉਹਦਾ ਸਭ ਕੁਝ ਗੁਰੂ ਹੋ ਜਾਂਦਾ ਹੈ। ਉਹਦੇ ਵਾਸਤੇ ਸਭ ਕੁਝ ਕਰਤਾ ਕਰਾਉਣ ਵਾਲਾ ਪਰਮਾਤਮਾ ਆਪ ਹੁੰਦਾ ਹੈ। ਤੇ ਅਖੀਰਲੀ ਜਿਹੜੀ ਗੱਲ ਹੈ, ਜਦੋਂ ਮੁਰਦੇ ਨੂੰ ਆਪਾਂ ਚਾਹੇ ਸੰਸਕਾਰ ਕਰ ਦਈਏ, ਚਾਹੇ ਉਹਨੂੰ ਧਰਤੀ ਵਿੱਚ ਦੱਬ ਦਈਏ, ਜੇ ਧਰਤੀ 'ਚ ਦੱਬੀਏ ਤਾਂ ਉਹ ਮਿੱਟੀ ਰੂਪ ਹੋ ਕੇ ਮਿੱਟੀ ਦੇ ਵਿੱਚ ਹੀ ਮਿਲ ਜਾਂਦਾ ਹੈ। ਜੇ ਅੱਗ ਵਿੱਚ ਰੱਖੀਏ ਤਾਂ ਅੱਗ ਦਾ ਰੂਪ ਬਣ ਜਾਂਦਾ ਹੈ, ਜੇ ਪਾਣੀ ਵਿੱਚ ਰੋੜ ਦਈਏ ਤਾਂ ਪਾਣੀ ਦਾ ਰੂਪ ਬਣ ਜਾਂਦਾ ਹੈ। ਇਸੇ ਤਰ੍ਹਾਂ ਹੀ ਜਿਹੜਾ ਹੈ ਸਿੱਖ ਵੀ ਜਿਹੜਾ ਹੈ ਉਹ ਗੁਰੂ ਵਰਗਾ ਹੀ ਹੋ ਜਾਂਦਾ ਹੈ। ਤੋ ਅਖੀਰ ਕਰ ਜਿਹੜਾ ਸੇਵਕ ਹੁੰਦਾ ਹੈ ਮੁਰਦਾ ਹੋਏ ਮਰੀਦ, ਉਹ ਕਿਉਂਕਿ ਉਹ ਗੁਰੂ ਦਾ ਰੂਪ ਬਣ ਜਾਂਦੇ, ਗੁਰੂ ਆਪ ਪਰਮਾਤਮਾ ਹੀ ਹਨ। ਸੋ ਇਸੇ ਪ੍ਰਕਾਰ ਜਿਹੜਾ ਹੈ ਇਹੀ ਗੁਰੂ ਮਹਾਰਾਜ ਦਾ ਜਿਹੜਾ ਹੈ ਹੁਕਮ ਹੈ ਆਪਣੇ ਵਾਸਤੇ ਵੀ ਚਰਨਾਂ ਤੇ ਉੱਤੇ ਆਪਣਾ ਸੀਸ ਰੱਖਣਾ ਹੈ।
ਭਾਈ ਗੁਰਦਾਸ ਜੀ ਨੇ ਜਿਹੜਾ ਹੈ ਹੁਣ ਚਰਨਾਂ ਬਾਰੇ ਉਹਨਾਂ ਨੇ ਜਿਹੜਾ ਜਦੋਂ ਲਿਖਦੇ ਹਨ ਉਹ ਬੜੇ ਸੋਹਣੇ ਤਰੀਕੇ ਦੇ ਨਾਲ ਭਾਈ ਗੁਰਦਾਸ ਦੀ ਚੌਥੀ ਵਾਰ ਹੈ ਤੇ ਤੀਜੀ ਪੌੜੀ ਹੈ, ਉਹਦੇ ਵਿੱਚ ਭਾਈ ਗੁਰਦਾਸ ਜੀ ਲਿਖਦੇ ਨੇ ਮਾਨਸ ਦੇ ਸੋਖੇ ਹੈ। ਦੇਖੋ ਇਹ ਮਾਨਸ ਦੇ ਇਹ ਜਿਹੜਾ ਬੋਡੀ ਹੈ ਇਹ ਇੱਕ ਡਸਟ ਹੈ, ਇਹ ਖੇ ਹੈ। ਕਹਿੰਦੇ ਤਿਸ ਵਿੱਚ ਜੀਬੇ ਲਈ ਨਕੀਬੀ, ਇਹ ਜਿਹੜਾ ਹਨ ਸਰੀਰ ਦੀ ਹਾਲਾਤ ਨੂੰ ਮਨ ਦੀਆਂ ਜਿਹੜੀਆਂ ਥਾਟਸ ਹਨ ਜਾਂ ਜਿਹੜਾ ਦਿਮਾਗ ਦੀ ਸੋਚ ਹੈ ਉਹਨੂੰ ਦੱਸਣ ਵਾਲੀ ਜੀਭ ਹੈ। ਜੀਭ ਜਿਹੜੀ ਹੈ ਇਹ ਅਨਾਉਂਸਰ ਹੈ, ਨਕੀਬੀ ਕਰਦੀ ਹੈ। ਦੂਸਰਾ ਕਹਿੰਦੇ ਦੇਖ ਜਿਹੜਾ ਅੱਖੀ ਦੇਖਣ ਰੂਪ ਰੰਗ, ਅੱਖਾਂ ਰੂਪ ਤੇ ਰੰਗ ਨੂੰ ਦੇਖਦੀਆਂ ਹਨ। ਨਾਦ ਕੰਨ ਸੁਣ ਕਰਨ ਰਕੀਬੀ, ਕਹਿੰਦੇ ਕਿ ਇਹ ਜਿਹੜੀਆਂ ਹਨ ਦੇਖੋ ਅੱਖਾਂ ਦੇਖਦੀਆਂ ਹਨ, ਰੂਪ ਨੂੰ ਦੇਖਦੀਆਂ ਨੇ, ਰੰਗ ਨੂੰ ਦੇਖਦੀਆਂ ਨੇ, ਇਹ ਫਾਰਮਸ ਦੇਖਦੀਆਂ ਨੇ, ਕਲਰਸ ਨੂੰ ਦੇਖਦੀਆਂ ਹਨ। ਆਪਣੇ ਕੰਨ ਨਾਦ ਨੂੰ ਆਵਾਜ਼ ਨੂੰ ਸੁਣਦੇ ਨੇ ਤੇ ਇਹਨਾਂ ਨੂੰ ਜਿਹੜਾ ਹਨ ਇਹ ਚੱਪੜੀਆਂ ਜਿਹੜੀਆਂ ਕੰਨ ਦੀਆਂ ਹਨ ਇਹ ਜਿਹੜੇ ਗਾਰਡਸ ਬਣ ਕੇ ਖੜੀਆਂ ਹਨ। ਆਪਾਂ ਕਿਤੇ ਆਪਣੇ ਕੰਨ ਬੰਦ ਵੀ ਕਰ ਸਕਦੇ ਹਾਂ ਵੀ ਨਹੀਂ ਗੱਲ ਸੁਣਨੀ ਜਿਹੜੀ ਸੁਣਨੀ ਹੈ। ਦੇਖੋ ਇਹ ਸਾਰੇ ਉੱਚੇ ਰੱਖੇ ਨੇ, ਸਿਰ ਤੇ ਰੱਖੇ ਨੇ ਤੇ ਇੱਥੇ ਜਿਹੜਾ ਹਨ ਸਿਰ ਨੂੰ ਹੰਕਾਰ ਦਾ ਰੂਪ ਮੰਨਿਆ ਹੈ ਤੇ ਚਰਨਾਂ ਨੂੰ ਨਿਮਰਤਾ ਦਾ ਰੂਪ ਮੰਨਿਆ ਹੈ। ਅੱਗੇ ਨੱਕ ਸਵਾਸ ਨਿਵਾਸ ਹੈ, ਨੱਕ ਸਵਾਸ ਵੀ ਲੰਦਾ ਹੈ ਤੇ ਵਾਸ਼ਨਾ ਵੀ ਲੰਦਾ ਹੈ। ਪੰਜੇ ਦੂਤ ਬੁਰੀ ਤਰਤੀਬੀ, ਕਹਿੰਦੇ ਇਹ ਪੰਜੇ ਜਿਹੜੇ ਆਪਣੇ ਗਿਆਨ ਇੰਦਰੀ ਨੇ ਜੇ ਕਿਤੇ ਇਹ ਵਿਕਾਰਾਂ ਵਿੱਚ ਲੱਗ ਜਾਂਦੇ ਨੇ ਤਾਂ ਇਹ ਜਿਹੜਾ ਹਨ ਮਨੁੱਖ ਨੂੰ ਜਿਹੜਾ ਹਨ ਪਰਮਾਤਮਾ ਗੁਰੂ ਤੋਂ ਦੂਰ ਵੀ ਕਰ ਦਿੰਦੇ ਨੇ। ਕਹਿੰਦੇ ਇਹ ਤਰਤੀਬੀ ਪੁੱਠੀਆਂ ਰੀਤਾਂ ਵਿੱਚ ਵੀ ਪੈ ਜਾਂਦੇ ਨੇ ਤੇ ਸਭ ਤੋਂ ਨੀਵੇਂ ਚਰਨ ਹੋਏ, ਸਭ ਤੋਂ ਨੀਵੇਂ ਜਿਹੜੇ ਹਨ ਚਰਨ ਹਨ, ਫੀਟ ਹਨ। ਕਹਿੰਦੇ ਆਪ ਗਵਾਏ ਨਸੀਬ ਨਸੀਬੀ, ਪਰ ਕਹਿੰਦੇ ਇਹ ਆਪਣੇ ਆਪ ਨੂੰ ਗਵਾਉਂਦੇ ਨੇ, ਇਹ ਆਪਣੇ ਆਪ ਨੂੰ ਨੀਵਾਂ ਅਖਵਾਉਂਦੇ ਨੇ ਤੇ ਫਿਰ ਜਿਹੜੇ ਨੇ ਇਹ ਸਾਰੇ ਸਰੀਰ ਨੂੰ ਚੁੱਕੀ ਫਿਰਦੇ ਨੇ। ਜਿੱਥੇ ਸਰੀਰ ਕੰਨ ਮੂੰਹ ਜਿਹੜਾ ਅੰਸਰ ਨੇ ਜਾਣਾ ਇਹ ਜਿਹੜਿਆਂ ਚਰਨ ਲੈ ਕੇ ਜਾਂਦੇ ਨੇ। ਵਡਿਆਈ ਕਿਹਨੂੰ ਮਿਲਦੀ ਹੈ? ਆਪਾਂ ਹੈਂਡਸ਼ੇਕ ਕਰਦੇ ਹਾਂ, ਹੱਥਾਂ ਨੂੰ ਮਿਲਦੀ ਹੈ। ਲੋਕ ਆਪਣੇ ਮੂੰਹ ਨੂੰ ਦੇਖ ਕੇ ਆਪਾਂ ਨੂੰ ਪਹਿਚਾਣ ਆਪਣੀ ਕਰਦੇ ਨੇ, ਆਪਣੀ ਵਡਿਆਈ ਆਪਣੇ ਮੂੰਹ ਨੂੰ ਦੇਖ ਕੇ ਕਰਦੇ। ਚਰਨਾਂ ਨੂੰ ਕੋਈ ਨਹੀਂ ਦੇਖਦਾ, ਜਿਹੜੇ ਚਰਨ ਉੱਥੇ ਲੈ ਕੇ ਗਏ ਨੇ। ਇਸੇ ਕਰਕੇ ਕਹਿੰਦੇ ਨੇ ਆਪ ਗਵਾਏ, ਇਹਨਾਂ ਨੇ ਆਪਣੇ ਆਪ ਨੂੰ ਗਵਾਇਆ ਹੈ। ਨਸੀਬ ਨਸੀਬੀ, ਭਾਈ ਗੁਰਦਾਸ ਜੀ ਕਹਿੰਦੇ ਨੀਵਾਂ ਹੋਣਾ ਵੀ ਜਿਹੜਾ ਹਨ ਇੱਕ ਨਸੀਬ ਦਾ ਇੱਕ ਚੰਗਾ ਨਸੀਬ, ਇੱਕ ਚੰਗਾ ਕਰਮ ਹੈ ਜਿਹਦੇ ਕਰਕੇ ਜਿਹੜਾ ਹੈ ਇਹ ਚਰਨਾਂ ਨੂੰ ਨੀਵਾਂ ਥਾਂ ਮਿਲਿਆ ਹੈ। ਹਉਮੈ ਰੋਗ ਮਿਟਾਏ ਦਾ, ਇਹ ਹਉਮੈ ਦਾ ਰੋਗ ਜਿਹੜਾ ਹੈ ਅੰਦਰੋਂ ਮਿਟ ਜਾਂਦਾ ਹੈ। ਇਹ ਨਿਮਰਤਾ ਦੇ ਨਾਲ ਇਹ ਚਰਨ ਜਿਹੜੇ ਨੇ ਇਹਨਾਂ ਨੇ ਵੀ ਆਪਣੀ ਹਉਮੈ ਨੂੰ ਮੁਕਾਇਆ ਹੈ ਨਾ। ਜਿੱਥੇ ਦਿਮਾਗ ਚਾਹੁੰਦਾ ਉੱਥੇ ਇਹ ਲੈ ਤੁਰਦੇ ਨੇ ਤੇ ਇਸ ਪ੍ਰਕਾਰ ਕਰਕੇ ਗੁਰੂ ਦੀ ਆਗਿਆ ਵਿੱਚ ਵੀ ਆਪਾਂ ਤੁਰਨਾ ਹੈ ਨਾ। ਜੇ ਗੁਰੂ ਦੀ ਆਗਿਆ ਵਿੱਚ ਤੁਰਾਂਗੇ ਤਾਂ ਹਉਮੈ ਨਹੀਂ ਰਹਿ ਜਾਂਦੀ। ਹਉਮੈ ਰੋਗ ਮਿਟਾਏ ਦਾ ਸਤਿਗੁਰੂ ਪੂਰਾ ਕਰੇ ਤਬੀਬੀ, ਕਹਿੰਦੇ ਜੇ ਸਤਿਗੁਰੂ ਕੋਲ ਜਾਵਾਂਗੇ ਆਪਣੇ ਹਉਮੈ ਨੂੰ ਮਿਟਾਉਣ ਵਾਸਤੇ ਉਸ ਦਾ ਹਉਮੈ ਦਾ ਇਲਾਜ ਗੁਰੂ ਤਬੀਬ ਬਣ ਕੇ, ਡਾਕਟਰ ਬਣ ਕੇ ਉਹਨੂੰ ਜਿਹੜਾ ਹੈ ਉਸ ਨੂੰ ਜਿਹੜਾ ਹੈ ਉਸ ਦਾ ਇਲਾਜ ਕਰ ਦਿੰਦਾ ਹੈ ਸਤਿਗੁਰੂ ਜੀ ਆਪ। ਫਿਰ ਪੈਰੀ ਪੈ ਰਹਿਰਾਸ ਕਰ, ਇਹ ਪੈਰੀ ਪੈਣ ਦੀ ਰੋ ਰੀਤੀ ਜਿਹੜੀ ਮਰਿਆਦਾ ਹੈ ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਣਾਈ। ਗੁਰਸਿੱਖ ਸੁਣ, ਗੁਰਸਿੱਖ ਮਨੀਬੀ, ਗੁਰਸਿੱਖ ਸੁਣਦੇ ਨੇ ਗੁਰੂ ਦੀ ਸਿੱਖਿਆ ਨੂੰ ਤੇ ਗੁਰੂ ਦੇ ਸਿੱਖ ਜਿਹੜੇ ਹਨ ਉਹ ਗੁਰੂ ਦੀ ਸਿੱਖਿਆ ਨੂੰ ਮੰਨਦੇ ਹਨ, ਮੰਨ ਕੇ ਉਹਨਾਂ ਤੇ ਚੱਲਦੇ ਵੀ ਹਨ। ਅਖੀਰਲੀ ਗੱਲ ਜਿਹੜੀ ਭਾਈ ਗੁਰਦਾਸ ਨੇ ਕਿਹਾ ਮੁਰਦਾ ਹੋਏ ਮੁਰੀਦ ਗਰੀਬੀ, ਕਹਿੰਦੇ ਕਿ ਮੁਰਦਾ ਜਿਹੜਾ ਹਨ ਐਸਾ ਸਿੱਖ ਚਾਹੀਦਾ ਜਿਹੜਾ ਆਪਣੇ ਆਪ ਨੂੰ ਮੁਰਦਾ ਹੀ ਜਾਣੇ ਤੇ ਮੁਰੀਦ ਬਣ ਕੇ ਗੁਰੂ ਦਾ ਚੰਗਾ ਸੇਵਕ, ਸਟੂਡੈਂਟ ਬਣ ਕੇ, ਡਿਸਾਈਪਲ ਬਣ ਕੇ ਤੇ ਗਰੀਬੀ ਨੂੰ ਧਾਰਨ ਕਰੇ, ਆਪਣੇ ਆਪ ਨੂੰ ਕੁਛ ਨਾ ਜਨਾਵੇ, ਸਭ ਕੁਝ ਆਪਣੇ ਗੁਰੂ ਨੂੰ ਹੀ ਜਨਾਵੇ। ਇਹ ਭਾਈ ਗੁਰਦਾਸ ਨੇ ਉਪਦੇਸ਼ ਆਪਣੀ ਵਾਰ ਵਿੱਚ ਦਿੱਤਾ ਹੈ। See, this is a concept that is a very difficult for us to accept today because we always feel that we have an opinion, there's a thought to the whole thing, but no. You have no opinion, no thoughts. That is the level that you have to come to get the ultimate bliss. ਉਦੋਂ ਮਿਲੇਗਾ ਜਦੋਂ ਤੱਕ ਇਹ ਇੰਟੈਲੈਕਚੁਅਲ ਚੀਜ਼ਾਂ, ਇਹ ਸਿਆਣਪਾਂ ਅੰਦਰ ਚੱਲੀ ਗਿਆ ਉਹ ਚੀਜ਼ ਨਹੀਂ ਮਿਲਣੀ ਭਾਈ, ਨਹੀਂ ਮਿਲੇਗੀ। ਆਪਾਂ ਕਹਿ ਦਈਏ ਨਾ ਉਹ ਸਿਆਣਪਾਂ ਸਾਰੀਆਂ ਛੱਡਣੀਆਂ ਹੀ ਪੈਣੀਆਂ ਹਨ। ਸੋ ਵੀ ਗੋ ਦ ਨੈਕਸਟ ਸਲਾਈਡ। ਹੁਣ ਦੇਖੋ ਗੁਰੂ ਮਹਾਰਾਜ ਨੇ ਪੈਰੀ ਪੈਣਾ ਇੱਕ ਮਰਿਆਦਾ ਬਣਾ ਦਿੱਤੀ, ਇੱਕ ਪ੍ਰੈਕਟਿਸ ਬਣਾ ਦਿੱਤੀ ਤੇ ਦੇਖੋ ਗੁਰੂ ਤੇ ਸਿੱਖ ਵਿੱਚ ਇਕੁਅਲੀ ਇਹੀ ਮਰਿਆਦਾ ਹੈ। ਨਾਓ ਦ ਹੋਲ ਵਰਲਡ, ਸਾਰੀ ਦੁਨੀਆ ਗੁਰੂ ਨਾਨਕ ਸਾਹਿਬ ਜੀ ਗਏ, ਮਹਾਰਾਜ ਨੇ ਜਿੱਥੇ ਕਿਤੇ ਵੀ ਸਤਿਗੁਰੂ ਜੀ ਗਏ ਸਤਿਗੁਰਾਂ ਨੂੰ ਮੱਥਾ ਟੇਕਿਆ। ਦੁਨੀਆ ਨੇ ਮੱਥਾ ਟੇਕਿਆ, ਵੱਡੇ ਵੱਡੇ ਲੀਡਰਾਂ ਨੇ ਟੇਕਿਆ, ਵੱਡੇ ਵੱਡੇ ਪੀਰਾਂ ਫਕੀਰਾਂ ਨੇ ਟੇਕਿਆ ਨਾ। ਗੁਰੂ ਨਾਨਕ ਨੇ ਕਿਸੇ ਨੂੰ ਮੱਥਾ ਨਹੀਂ ਟੇਕਿਆ। ਔਰ ਫੇਰ ਕੀ ਹੁੰਦਾ ਹੈ? ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਦੁਨੀਆ ਪੈ ਜਾਂਦੀ ਹੈ ਨਾ, ਪਰ ਜਿਹਨੂੰ ਮਹਾਰਾਜ ਕਿਰਪਾ ਕਰਦੇ ਆ ਨਾ
ਜਿਹਦੇ ਉੱਤੇ ਮਹਾਰਾਜ ਨੇ ਰਹਿਮਤ ਕਰਨੀ ਹੋਵੇ ਨਾ, ਮਹਾਰਾਜ ਉਹਨੂੰ ਖਾਸ ਕਹਿੰਦੇ ਹੁੰਦੇ ਸੀ, ਹੁਣ ਸਤ ਕਰਤਾਰ ਕਹਿ ਪਰਮਾਤਮਾ ਜਾਣ ਕੇ ਮੱਥਾ ਟੇਕ। ਉਹਨਾਂ ਨੂੰ ਇਹ ਉਪਦੇਸ਼ ਗੁਰੂ ਨਾਨਕ ਦਿਆ ਕਰਦੇ ਸੀਗੇ, ਓਨਲੀ ਦ ਵੈਰੀ ਫਿਊ ਵਨਸ ਹੂ ਗॉट ਦਿਸ। ਕਹਿੰਦੇ ਪਰਮਾਤਮਾ ਜਾਣ ਕੇ ਮੱਥਾ ਟੇਕ। ਉਹਨਾਂ ਨੂੰ ਮਹਾਰਾਜ ਆਪਣੇ ਆਪ ਨੂੰ ਰਿਵੀਲ ਕਰਦੇ ਸੀਗੇ, ਹੁਣ ਸਾਡੇ ਵਿੱਚ ਤੂੰ ਪਰਮਾਤਮਾ ਨੂੰ ਦੇਖ ਤੇ ਮੱਥਾ ਟੇਕ। ਐਂਡ ਦੈਨ ਹੀ ਗਿਵਸ ਐਵਰੀਥਿੰਗ ਟੂ ਦੈਮ। ਗੁਰੂ ਨਾਨਕ ਨੂੰ ਦੁਨੀਆ ਨੇ ਮੱਥਾ ਟੇਕਿਆ, ਪਰ ਗੁਰੂ ਨਾਨਕ ਨੇ ਕਿਹਨੂੰ ਮੱਥਾ ਟੇਕਿਆ? ਗੁਰੂ ਅੰਗਦ ਦੇਵ ਜੀ। ਇਸੇ ਕਰਕੇ ਜਦੋਂ ਜੋਗੀ ਆਏ ਨਾ ਗੁਰੂ ਅੰਗਦ ਦੇਵ ਜੀ ਕੋਲ, ਕਹਿੰਦੇ ਦੇਖ ਸਾਡੇ ਕੋਲ ਕਿੰਨੀਆਂ ਸ਼ਕਤੀਆਂ ਨੇ। ਗੋਰਖਨਾਥ ਕਹਿੰਦਾ ਵੀ ਹੈਵ ਅ ਲੋਟ ਆਫ ਮਿਰੇਕਲ ਪਾਵਰਸ, ਵੀ ਕੈਨ ਡੂ ਅ ਲੋਟ ਆਫ ਥਿੰਗਸ ਇਨ ਦਿਸ ਵਰਲਡ, ਵੀ ਕੈਨ ਟਰਨ ਦ ਵਰਲਡ ਅਰਾਊਂਡ। ਕਹਿੰਦੇ ਸਾਡੇ ਕੋਲ ਸਭ ਕੁਝ ਹੈਗਾ ਹੈ। ਕਹਿੰਦੇ ਉਹ ਗੁਰੂ ਨਾਨਕ ਨੇ ਸਾਨੂੰ ਪੁੱਠਾ ਕਰਤਾ, ਸਾਡੀਆਂ ਸ਼ਕਤੀਆਂ ਖਿੱਚ ਲੀਆਂ, ਐਡਾ ਪਾਵਰਫੁਲ ਆ। ਕਹਿੰਦੇ ਗੁਰੂ ਨਾਨਕ, ਭਾਈ ਲੈਣ ਨੂੰ ਪੁੱਛਿਆ, ਕਹਿੰਦੇ ਤੇਰੇ ਤੇ ਐਡੀ ਬਖਸ਼ਿਸ਼ ਕਿਵੇਂ ਕਰਤੀ ਕਿ ਗੁਰੂ ਨਾਨਕ ਨੇ ਆਪਣਾ ਸਿਰ ਤੇਰੇ ਚਰਨਾਂ ਵਿੱਚ ਧਰ ਦਿੱਤਾ। ਵਾਟ ਡਿਡ ਯੂ ਡੂ? ਗੁਰੂ ਅੰਗਦ ਦੇਵ ਜੀ ਨੇ ਅੱਖਾਂ ਵਿੱਚੋਂ ਅਥਰੂ ਆ ਗਏ। ਮਹਾਰਾਜ ਕਹਿਣ ਲੱਗੇ ਗੁਰੂ ਅੰਗਦ ਦੇਵ ਜੀ, ਕਹਿੰਦੇ ਨਹੀਂ ਭਾਈ, ਗੁਰੂ ਨਾਨਕ ਮੇਰੇ ਪੈਰਾਂ ਤੇ ਮੱਥਾ ਨਹੀਂ ਉਹਨਾਂ ਨੇ ਟੇਕਿਆ। ਕਹਿੰਦਾ ਬੱਚਾ ਜੇ ਕਿਚੜ ਵਿੱਚ ਡਿੱਗ ਪੈਂਦਾ ਹੈ ਨਾ, ਇਫ ਅ ਚਾਈਲਡ ਫਾਲਸ ਇਨਟੂ ਅ ਮਡ, the parents will go low to pick up the child। ਕਹਿੰਦਾ ਗੁਰੂ ਨਾਨਕ ਨੇ ਤਾਂ ਮੈਨੂੰ ਡਿੱਗੇ ਹੋਏ ਨੂੰ ਚੱਕਿਆ। That's how Guru Nanak has gone low to me। See, this is where ਗੁਰਸਿੱਖੀ is। ਤੇ ਦੂਸਰੀ ਗੱਲ ਹੈ, whenever Baba Buddha ji comes, Guru Hargobind Sahib ji, he will run to the feet of Baba Buddha ji, although Baba Buddha ji was a Sikh। Guru Hargobind Sahib ji will go in ਜਿਹੜਾ and hold Baba Buddha ji's feet, and Baba Buddha ji ਭੱਜ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨੀ ਪੈਂਦੇ ਸੀਗੇ। ਦੇਖੋ ਕੈਸੀ ਗੱਲ ਹੈ, ਆਪਸ ਵਿੱਚ ਕਿੰਨਾ ਪਿਆਰ ਹੈ, ਕੋਈ ਵੀ ਵੱਡਾ ਨਹੀਂ। ਦੇਖੋ when you come to the ਮਾਰਗ of ਗੁਰਸਿੱਖੀ, there's no high, there's no low, ਕੁਝ ਵੀ ਨਹੀਂ ਹੈ ਉੱਥੇ, ਸਭ ਕੁਝ ਊਚ ਨੀਚ ਮੁੱਕ ਜਾਂਦਾ ਹੈ। ਉੱਥੇ ਗੁਰੂ ਤੇ ਸਿੱਖ ਵਿੱਚ ਵੀ ਕੋਈ ਫਰਕ ਨਹੀਂ ਰਹਿ ਜਾਂਦਾ। ਸੋ ਜਿਹੜਾ ਹਨ, ਦੇਖੋ ਇਹੀ ਗੁਰੂ ਨਾਨਕ ਦੇ ਘਰ ਦੀ ਵਡਿਆਈ ਹੈ। ਤੇ ਤੀਜੀ ਗੱਲ ਹੈ, ਗੁਰੂ ਮਹਾਰਾਜ ਦੀ ਜਿਹੜਾ ਗੁਰਸਿੱਖ ਨੇ ਉਹ ਗੁਰੂ ਦਾ ਕਿਹਾ ਹੋਇਆ ਸੁਣਦੇ ਨੇ, ਉਹ ਜੋ ਗੁਰੂ ਕਹਿੰਦਾ ਉਹੀ ਕਰਦੇ ਨੇ। ਚੌਥਾ, ਮੱਥਾ ਟੇਕਣਾ, ਇਹ ਮਰਿਆਦਾ ਗੁਰੂ ਘਰ ਦੀ। ਇੱਥੋਂ ਤੱਕ ਗੁਰੂ ਸਿੱਖਾਂ ਦੀ ਜਿਹੜੀ ਹੈ ਸ਼ਰਧਾ ਹੈ, ਉਹ ਕੀ ਕਰਦੇ ਨੇ, ਜਿੱਥੇ ਆਪਾਂ ਪੈਰ ਧੋਂਦੇ ਆ ਨਾ, ਉਹ ਪਾਣੀ ਵੀ ਚੱਕ ਕੇ ਪੀਂਦੇ ਨੇ। ਤੁਸੀਂ ਇੰਡੀਆ ਜਾਇਓ, ਤਖਤਾਂ ਤੇ ਜਾਓ, ਹਰਮੰਦਰ ਸਾਹਿਬ ਜਾਓ, ਤੁਸੀਂ ਕਿੰਨਿਆਂ ਨੂੰ ਦੇਖੋਗੇ ਜਿੱਥੇ ਲੋਕ ਪੈਰ ਧੋਂਦੇ ਨੇ, ਉਹ ਪੈਰ ਚੱਕ ਕੇ ਉਹ ਪਾਣੀ ਪੀਂਦੇ ਨੇ ਤੇ ਆਪਣੇ ਸਿਰ ਤੇ ਪਾਉਂਦੇ ਨੇ। ਉੱਥੋਂ ਬਹੁਤ ਬਖਸ਼ਿਸ਼ਾਂ ਹੁੰਦੀਆਂ ਨੇ, ਕਿਉਂਕਿ ਜੋ ਮਿਲਣਾ ਉਹ ਉੱਥੋਂ ਹੀ ਮਿਲਣਾ ਹੈ। ਓਕੇ, ਲੋਕਾਂ ਦੀਆਂ ਕੈਂਸਰ ਦੀਆਂ ਬਿਮਾਰੀਆਂ ਠੀਕ ਹੋ ਗਈਆਂ, ਨਾ ਇਲਾਜ ਬਿਮਾਰੀਆਂ ਠੀਕ ਹੋ ਗਿਆ, ਫਰੋਮ ਦ ਫੀਟ, ਦ ਡਸਟ ਆਫ ਦ ਫੀਟ ਤੋਂ। ਇੰਨਾ ਜਿਹੜਾ ਹੈ ਪ੍ਰਤਾਪ ਹੈ ਉਸਦਾ। ਤੇ ਜਿਹੜਾ ਹਨ ਆਪਾਂ ਅੱਗੇ ਕਹਿੰਦੇ ਇਹ ਚਰਨ ਕਿਉਂ ਬਹੁਤ ਇਹਨਾਂ ਮਹਾਨ ਨੇ, ਇਹਨਾਂ ਨੂੰ ਪੂਜਣਾ ਕਿਉਂ ਜ਼ਰੂਰੀ ਹੈ? ਕਹਿੰਦੇ ਇਹ ਜਿਹੜੇ ਚਰਨ ਨੇ, ਕਿਹੜੇ ਚਰਨ ਨੇ? ਕਹਿੰਦੇ ਜਿਹੜੇ ਗੁਰੂ ਵੱਲ ਤੁਰ ਕੇ ਜਾਂਦੇ ਨੇ, ਜਿਹੜੇ ਗੁਰੂ ਨੂੰ ਮਿਲਣ ਵਾਸਤੇ ਜਾਂਦੇ ਨੇ, ਜਿਹੜੇ ਗੁਰੂ ਦੇ ਸੇਵਾ ਵਿੱਚ ਲੱਗਦੇ ਨੇ ਚਰਨ। ਤੀਜੀ ਗੱਲ ਹੈ, ਜਿਹੜੇ ਗੁਰੂ ਮਹਾਰਾਜ ਦੇ ਪਰਿਕਰਮਾ ਕਰਦੇ ਨੇ। See, whenever you matha take, you will matha take and go back, but actually the maryada of Guru Ghar is you must go around Sri Guru Granth Sahib Ji and matha tekna again. You must do at least one round, that is minimum। And Guru Hargobind Sahib's maryada was every morning he will do 3 times ਜਿਹੜਾ ਹਨ ਪਰਿਕਰਮਾ of Harmandir Sahib, 3 times he will do, he will go around 3 times। ਸੋ ਜਦੋਂ ਵੀ ਆਪਾਂ ਮੱਥਾ ਟੇਕਣਾ, ਆਪਾਂ ਪਰਿਕਰਮਾ ਕਰਨੀਆਂ ਨੇ। ਆਪਾਂ ਗੁਰੂ ਮਹਾਰਾਜ ਦੇ ਆਲੇ ਦੁਆਲੇ ਮਹਾਰਾਜ ਨੂੰ ਸੱਜੇ ਹੱਥ ਰੱਖ ਕੇ ਐਟਲੀਸਟ ਗੋ 1 ਰਾਊਂਡ, 1 ਰਾਊਂਡ ਕੱਢ ਕੇ ਮੱਥਾ ਟੇਕ ਕੇ ਫਿਰ ਬੈਠੋ। ਕਹਿੰਦੇ ਉਹ ਵੀ ਚਰਨ ਮਹਾਨ ਨੇ ਜੋ ਗੁਰੂ ਦੀਆਂ ਪਰਿਕਰਮਾ ਕਰਦੇ ਨੇ। ਓਕੇ, ਸੋ ਓਕੇ, ਹੁਣ ਅੱਗੇ ਚਲੀਏ। ਕਹਿੰਦੇ ਚਰਨ ਸਫਲ ਗੁਰੂ ਮਾਰਗ ਰਵਣ ਕਹਿ। ਕਹਿੰਦੇ ਕਿ ਕਿਹੜੇ ਚਰਨ ਚੰਗੇ ਨੇ ਜਿਹੜੇ ਗੁਰੂ ਵੱਲ ਤੁਰ ਕੇ ਜਾਂਦੇ ਨੇ। ਇਹ ਭਾਈ ਗੁਰਦਾਸ ਦੀ ਕਵਿਤ ਹੈ। ਸੋ ਇਹ ਕਵਿਤ ਦੇ ਵਿੱਚ, ਕਵਿਤ 91 ਦੇ ਵਿੱਚ ਦੇਖੋ ਬਹੁਤ ਕਲੀਅਰਲੀ ਭਾਈ ਗੁਰਦਾਸ ਨੇ ਦੱਸਿਆ, ਮਾਰਗ ਗੁਰੂ ਦਾ ਜਿਹੜਾ ਮਾਰਗ ਹੈ, ਜੋ ਗੁਰੂ ਦੇ ਮਿਲਣ ਵਾਸਤੇ ਉਹ ਰਸਤੇ ਤੇ ਜਾਂਦੇ ਨੇ, ਉਹਨਾਂ ਦੇ ਚਰਨਾਂ ਦੀ ਧੂੜ ਸਿਰ ਨੂੰ ਕਿਤੇ ਲੱਗ ਜਾਵੇ, ਥੋੜ੍ਹੀਆਂ ਬਿਮਾਰੀਆਂ ਦੂਰ ਹੋ ਜਾਣਗੀਆਂ, ਥੋੜ੍ਹੇ ਦੁੱਖ ਮਿਟ ਜਾਣਗੇ। ਦੂਜਾ, ਚਰਨ ਅਮੋਲ ਪ੍ਰਦਰਸ਼ਨਾ, ਜਿਹੜੇ ਗੁਰੂ ਮਹਾਰਾਜ ਦੀਆਂ ਪਰਿਕਰਮਾ ਕਰਦੇ ਨੇ, ਕਹਿੰਦੇ ਉਹ ਵੀ ਚਰਨ ਮਹਾਨ ਨੇ। ਦੇਖੋ ਚਰਨ ਅਮੋਲ ਪ੍ਰਦਰਸ਼ਨਾ, ਇਹ ਪਰਿਕਰਮਾ ਹੈ, ਕਰਨ ਕਹਿ, ਸੋ ਇਸ ਕਰਕੇ ਮਹਾਨ ਨੇ। ਹੁਣ ਤੇ ਜਿਹੜਾ ਹਨ ਅੱਗੇ ਗੁਰਮਤਿ ਦੀ ਜਿਹੜੀ ਪ੍ਰੈਕਟਿਸ ਹੈ ਉਹ ਕੀ ਹੈ? ਪਹਿਲੀ ਗੱਲ ਹੈ, ਗੁਰਸਿੱਖ ਸੰਗਤ ਮਿਲਾਪ ਕੋ ਪ੍ਰਤਾਪ ਐਸੋ। ਕਹਿਣ ਲੱਗੇ ਦੇਖੋ ਗੁਰਸਿੱਖਾਂ ਦਾ ਮਿਲਾਪ ਦਾ ਪ੍ਰਤਾਪ, ਗਲੋਰੀ ਇੰਨੀ ਵੱਡੀ ਹੈ। ਕਹਿੰਦੇ ਕੀ ਹੈ? ਪ੍ਰੇਮ ਕੈ ਪਰਸਪਰ ਪੱਗ ਲਪਟਾਵਹੀ। ਇੱਕ ਦੂਜੇ ਦੇ ਚਰਨਾਂ ਤੇ ਡਿੱਗਦੇ ਨੇ, ਸਾਰੇ ਨੀਵੇਂ ਹੁੰਦੇ ਨੇ। ਅੱਜ ਆਪਣੀਆਂ ਲੜਾਈਆਂ ਗੁਰਦੁਆਰਿਆਂ ਵਿੱਚ ਕਿਉਂ ਹੋ ਰਹੀਆਂ? ਕਿਉਂਕਿ ਸਾਰੇ ਹੰਕਾਰੀ ਨੇ, ਸਾਰੇ ਵੱਡੇ ਬਣੇ ਬੈਠੇ ਆ, ਕੋਈ ਨੀਵਾਂ ਤਾਂ ਹੁੰਦਾ ਨਹੀਂ।
कोई नहीं कहता मैं नीवा हाँ, मैं नीच हाँ, नथिंग डूइंग। सारे कहते मेरे वर्गा कोई बंदा ही नहीं। से देखो महाराज की कहते हैं है ना, भाई गुरदास ने अपने कवित विच लिखा। हुण देखो गुरबाणी विच की आउंदा है, कहते देखो चरण साध के धोए धोए पियो। कहणगे साध दे चरणां नूं धो के पियो, पीना करो। फिर कहते वो संगत दे धोते हुए पैरों का पानी भी पी लियो, संतै चरण धोए धोए पीवा। ते दूजा शब्द आउंदा है गुर के चरण धोए धोए पीवा। देखो सारा महाराज ने क्लीयर करके दस दिता, वो चरणों का पानी पी लियो, थोड़े सारे दुख दूर हो जाएंगे। अज आपां की आपां हाईजीन हाँ जी, ये हाईजीन है जी। वो महाराज कहते ने वो चरणों का पानी है, जिन्ने तुसी नीवे होवेंगे उन्ना थोनू ज्यादा कुछ मिलेगा। महाराज कहते तल तराजू तोलिए निवै सो गौरा होए, जेड़ा पासा नीवा हुंदा है भारा गुना करके उही हुंदा है। जिहड़ा हन पानी निवाण वाल जांदा है, पानी दा फ्लो कित्थे जांदा है? द लोवेस्ट पॉइंट। सो इसे तरह ही है, कहते तुसी भी अचीव करोगे अपने लाइफ दा गोल। इफ यू गो लो, इफ यू हैव हंबलनेस इन यू, यू कैन विन एवरी वॉर इन द वर्ल्ड। सो इसे करके देखो हुण ਇੱਥੇ श्री गुरु ग्रंथ साहब का शब्द है, सतगुर के चरण धोए धोए पूज हो, इन बिद मेरा हर प्रभ लोहरे। कहणगे ये तरीके नाल तुहानूं रब मिलना है। इन द डस्ट यू फाइंड गॉड, ਉਹਦੇ ਵਿੱਚ तुहानूं रब मिलना है, क्योंकि परमात्मा नूं ਉਹੀ चंगा लगदा ਜਿਹੜਾ ਨੀਵਾਂ होवे। सी दैट्स अ सिंपल थियरी है ना। दुनिया ਦੇ ਵਿੱਚ ਜਦੋਂ ਤੁਸੀਂ ਕਿਸੇ ਨੂੰ ਉੱਚਾ ਕਰੋਗੇ ਨਾ, ਤੁਸੀਂ ਵੀ ਉੱਚੇ ਹੋ ਰਹੇ ਹੋ। जैसे इमेजिन ना, if I'm walking up, I can't walk up, I cannot be throwing the people who are up there to down. I cannot pull them down to walk up. No, I have to walk along. वो गल होंदी है ना, जे मैं उत्तों मैं फिक्र करता मैं ये चढ़ गया उतार दे, इन्हूं चढ़ दे, मैं कितों चढ़ांगा? फिर मैं तो उन्होंने उतार दिया मेरी जिंदगी मुक जानी है। So that's why you know sometimes you feel if someone gets something you get and you know पापा jealous हो जाने, अपने से envy आ जाए। Actually not. You just imagine if you have 3 children, ਤੁਸੀਂ 2 ਬਜਰਾ ਹਨ, ਇੱਕ ਬੱਚੇ ਨੂੰ ਤੁਸੀਂ ਕੁਝ ਦੇਤਾ, 2 ਬੱਚੇ ਤੁਹਾਡੇ ਨਾਲ ਰੁੱਸ ਜਾਣ, ਗੁੱਸੇ ਹੋ ਜਾਣ, ਵਿਲ ਯੂ ਲਾਈਕ ਦੈਟ 2 ਚਾਈਲਡਸ ਨਾ? ਉਹ 2 ਬੱਚੇ ਤੁਹਾਨੂੰ ਚੰਗੇ ਲੱਗਣਗੇ? ਜੋ ਤੁਸੀਂ ਇੱਕ ਨੂੰ ਦਿੰਦੇ ਆ ਉਹ ਰੁੱਸਣ ਲੱਗ ਜਾਣ, ਰੌਲਾ ਪਾਉਣ ਲੱਗ, ਰੋਣ ਲੱਗ ਜਾਣ, ਯੂ ਵੋਂਟ ਲਾਈਕ ਦੈਮ। ਸੇਮ ਵੇ ਆਪਾਂ ਸਾਰੇ ਬੱਚੇ ਪਰਮਾਤਮਾ ਦੇ ਹਾਂ। ਜੇ ਪਰਮਾਤਮਾ ਕਿਸੇ ਨੂੰ ਦਿੰਦਾ ਹੈ ਤੁਸੀਂ ਵੀ ਖੁਸ਼ ਹੋ ਨਾ। ਵਾਈ ਯੂ ਵਾਂਟ ਟੂ ਫੀਲ ਸੈਡ ਫॉर ਇਟ? ਤੁਸੀਂ ਵੀ ਸ਼ੁਕਰਾਨਾ ਕਰੋ, ਮਹਾਰਾਜ ਉਹਨੂੰ ਦਿੱਤਾ ਹੈ, ਮਹਾਰਾਜ ਹੋਰ ਦੇ ਦੇ। If you do like that, you know, the parents will be happy. जो दूजे बच्चे कहेंगे हाँ हमारा इन्हों होर दियो, you will be happy, you will give them to them as well, right? So ये भावना है, क्योंकि दुनिया दे विच कुछ भी मुकदा नहीं, परमात्मा ने अखुट भंडारे दिते हुए ने, है ना। सो इत्थे जिहड़ा गुरमुख हथ सखत हैं, कहणगे अजे जिहड़े हथ ने ये सफल ने, साध संगत गुर कार कमावे। ये हथ सफल हुंदे ने जे इन्हां नाल सेवा कीती जावे, किसी का कोई काम किया जावे। गुरु गोबिंद सिंह महाराज दे एक दिन बैठे, महाराज जी आनंदपुर साहिब विच सी, महाराज ने पानी मंगया। महाराज कहंदे गुस्से पानी लैके आओ। एक बच्चा आया सी उत्थे, एक बहुत धनी परिवार दा सीगा, ये छोटा जिहा बच्चा सीगा, वो भज्या गया, वो मतलब कि 10-15 साल दा होना। सो उन्हें सुन लिया, वो भज्या गया, कहना नहीं मैं पानी मैं लैके आउंदा गुरु गोबिंद सिंह। महाराज जैसे पानी लिया के दिता। महाराज ने जो पानी का उहदा कटोरा फड़िया ना उहदे हथ तो, महाराज ने उहदे हथ देखे बहुत सॉफ्ट, उहदे हथ बहुत सॉफ्ट सीगे। महाराज ने उहदे हथ फड़ के देखे ते कहंदे बेटा तेरे हथ क्यों अन्ने कोमल ने, इन्ने सॉफ्ट क्यों आ? वो कहता महाराज मैं बहुत धनी है, मेरा परिवार बहुत धनी, मेरे को बहुत सारे नौकर ने, मैनू कोई काम करने की लोड़ नहीं। कहते मुझे तो कुछ कहने की भी नहीं लोड़, मेरा सारा ही काम वो करी जाते हैं। अज पहली बारी मैं काम किया, थोड़े से गिलास ऑफ वाटर लेके आया, एक गिलास पानी का पहली बारी थोड़े वास्ते लेके आया। महाराज ने पानी डोल दिता। महाराज कहते जेड़े हथ सफल ना हो, जिन्हें किसी का काम नहीं किया, वो हथां का पानी भी मैं नहीं पीना। देखो महाराज एक ऐसे हैं। फिर देखो पानी पखा पीना, पैर धोए चरनामृत पावे, कहने चरनामृत नूं लैना है, चरण धो के वो पानी पीना है। एंड यू मस्ट रिमेंबर गुरसिख की करिया करते सन इन द ओल्डन डेज, जो भी उन्होंने घर दे विच कोई गुरसिख आउंदा सी, उहदे पैर धोंदे हुंदे सी, बिठा के पैर धो के वो पानी पींदे हुंदे सी। यू नो ये मर्यादा बहुत चिरां दी चलदी आई है। सो फिर देखो हुण एक साखी है इत्थे, नीवापन नूं गुरु महाराज जी पसंद करते हैं। जिहड़े नीवें हुंदे ना उन्हां नूं गुरु नानक बहुत प्यार करदा है। कहंदे दौलत खां होया ना सुल्तानपुर दे विच, सो गुरु नानक नूं जिहड़े हन वो चले गए सुल्तानपुर, बेबे नानकी जी विआहे होए सन बाबा जयदेव दे नाल। सो की होया,
ਬਾਬਾ ਜੈਦੇਵ ਜੀ ਦੌਲਤ ਖਾਨ ਦਾ ਇੱਕ ਰਿਟੇਲ ਸ਼ਾਪ ਚਲਾਉਂਦੇ ਸੀ, ਜਾਂ ਗਵਰਨਮੈਂਟ ਰਾਸ਼ਨ ਸ਼ਾਪ ਜਿਹੜਾ ਕਹਿ ਲਈਏ, ਸੋ ਉਹ ਚਲਾਉਂਦੇ ਹੁੰਦੇ ਸਨ। ਸੋ ਕੀ ਹੋਇਆ, ਜਦੋਂ ਗੁਰੂ ਨਾਨਕ ਸਾਹਿਬ ਜੀ ਆਏ, ਬਾਬਾ ਜੈ ਰਾਮ ਨੇ ਇੱਕ ਦੁਕਾਨ ਜਿਹੜੀ ਸੀ ਗੁਰੂ ਨਾਨਕ ਨੂੰ ਦੇ ਦਿੱਤੀ, ਕਹਿੰਦੇ ਇਹ ਗੁਰੂ ਨਾਨਕ ਚਲਾਵੇਗਾ। ਸੋ ਉਹ ਦੁਕਾਨ ਦੇਤੀ, ਗੁਰੂ ਨਾਨਕ ਨੂੰ ਮੋਦੀ ਬਣਾਤਾ। ਮੋਦੀ ਮੀਨਸ ਦ ਪਰਸਨ ਹੂ ਮੈਨੇਜਸ ਦ ਸ਼ਾਪ, ਜਿਹਨੂੰ ਅੱਜ ਕੱਲ੍ਹ ਆਪਾਂ ਮੈਨੇਜਰ ਕਹਿ ਲਈਏ, ਸੋ ਉਹਨੂੰ ਕਹਿੰਦੇ ਸੀ ਮੋਦੀ। ਸੋ ਇਹ ਮੋਦੀ ਖਾਨੇ ਦਾ ਮੋਦੀ ਗੁਰੂ ਨਾਨਕ ਹੈ। ਗੁਰੂ ਨਾਨਕ ਨੂੰ ਇੰਟਰੋਡਕਸ਼ਨ ਕਰਾਇਆ ਉਹ ਸਾਰੀ ਦੁਕਾਨ ਦਾ। ਸੋ ਦ ਫਰਸਟ ਥਿੰਗ ਯੂ ਵਿਲ ਡੂ ਇਜ਼ ਹਾਊ ਟੂ ਵੇ। ਉਹ ਵੇ ਜਿਹੜੇ ਹਨ, ਆਪਾਂ ਚੀਜ਼ਾਂ ਨੂੰ ਵੇ ਕਰਦੇ ਆ ਨਾ, ਤੋਲਦੇ ਆ ਨਾ, ਉਹਨਾਂ ਨੇ ਵੱਟੇ ਦਿਖਾਏ। ਨਾਓ ਯੂ ਰਿਮੈਂਬਰ ਦ 올ਡ ਡੇਜ਼, ਦੇ ਪੁੱਟ ਵਨ ਵੱਟਾ ਹੇਅਰ, ਦੈਨ ਦੇ ਪੁੱਟ ਦ ਥਿੰਗ ਹੇਅਰ, ਦੈਨ ਦੇ ਵਿਲ ਵੈਨ ਇਟ ਕਮ ਟੂ ਇਕੁਅਲ ਯੂ ਸੀ एक पाव है, एक मासा है, जिवें आपां अजकल 1 ग्राम है, 10 ग्राम, 1 किलोग्राम, हाउ यू वे। सो वो सारी चीज़ां जिहड़ियां सीगियां, जिहड़े वट्टे सीगे ना, द स्टोन्स, उन्होंने रख दिते, कहंदे ये एक पाया, एक मासा, ये सारा इंट्रोडक्शन कराता। गुरु नानक साहब ने सुन के वो पाया जिहड़ा सब तो छोटा सी ना, द लीस्ट वेट जिहड़ा सीगा, महाराज ने उहनूं रख के उत्थे मत्था टेकिया। बाबा जयराम जी कहंदे तुसीं क्यों मत्था टेकिया? कहंदे इहने अपने आप नूं छोटा अखवाया है, ये छोटा बन के खुश है, इन्हें अपने नूं छोटा अखवाया। भावें इहदे नाल बहुत वड्डे वड्डे पत्थर पए ना, पर इन्हें अपने आप नूं छोटा अखवाया। जिसरा गुरु महाराज ने मत्था टेकिया। देखो इस साखी तो पता लगता है ना, गुरु नानक नूं वो चंगा लगदा जिहड़ा अपने आप नूं नीवा आखे। ओके, सो फिर अगे जिहड़ा है हुण जिहड़ा है इंपोर्टेंस जिहड़े ने, हुण की इंपोर्टेंस आपां इस चरनां नूं देवांगे। देखो भाई गुरदास दी हुण एक साखी आउंदी है। ਇਹ ਸਾਖੀ ਭਾਈ ਗੁਰਦਾਸ ਜੀ ਜਿਹੜੀ ਹੈ, ਹੁਣ ਭਾਈ ਗੁਰਦਾਸ ਦਾ ਥੋੜਾ ਜਿਹਾ ਇੰਟਰੋਡਕਸ਼ਨ, ਵੈਰੀ ਬਰੀਫ। ਉਹਨਾਂ ਦਾ ਜਨਮ ਹੋਇਆ 1551 ਦੇ ਵਿੱਚ। ਉਹਨਾਂ ਦਾ ਪਿਤਾ ਸੀਗਾ ਬਾਬਾ ਈਸ਼ਰ ਦਾਸ, ਅਤੇ ਉਹਨਾਂ ਦੀ ਮਾਂ ਸੀ ਮਾਤਾ ਜੀਵਾਨੀ ਜੀ। ਨਾ ਬਾਬਾ ਈਸ਼ਰ ਦਾਸ ਗੁਰੂ ਅਮਰਦਾਸ ਦੇ ਛੋਟੇ ਭਰਾ ਸਨ। ਓਕੇ, ਸੋ ਇੱਕ ਤਾਂ ਉਹਨਾਂ ਤੋਂ ਬਾਅਦ ਇੱਕ ਮਾਨਕ ਚੰਦ ਸੀਗਾ, ਸੋ ਇਹ ਮਿਡਲ ਸੀਗੇ ਈਸ਼ਰ ਦਾਸ। ਸੋ ਵੱਡੇ ਗੁਰੂ ਅਮਰਦਾਸ ਜੀ ਸੀਗੇ। ਸੋ ਗੁਰੂ ਅਮਰਦਾਸ ਜੀ ਦਾ ਨੈਫਿਊ ਲੱਗਿਆ ਨਾ ਇਹ। ਸੋ ਭਾਈ ਗੁਰਦਾਸ ਜੀ ਗੁਰੂ ਅਮਰਦਾਸ ਮਹਾਰਾਜ ਦੇ ਸਮੇਂ ਵਿੱਚ ਉਹਨਾਂ ਨੇ ਸੰਸਕ੍ਰਿਤ ਭਾਸ਼ਾ, ਗੁਜਰਾਨ, ਪਰਸ਼ੀਅਨ, ਸਾਰੀਆਂ ਲੈਂਗੁਏਜਸ ਇਹਨਾਂ ਨੇ ਪੜ੍ਹੀਆਂ। ਬਹੁਤ ਵਿਦਵਾਨ ਸੀਗਾ, ਵੈਰੀ ਲਰਨਡ ਪਰਸਨ ਸੀਗਾ। ਸੋ ਭਾਈ ਗੁਰਦਾਸ ਨੇ ਜਿਹੜਾ ਹੈ ਗੁਰੂ ਅਮਰਦਾਸ ਜੀ ਦੇ ਸਮੇਂ 'ਚ ਵੀ ਸੇਵਾ ਕੀਤੀ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਜੀ ਐਂਡ ਗੁਰੂ ਹਰਗੋਬਿੰਦ ਸਾਹਿਬ ਜੀ। ਸੋ 4 ਗੁਰੂਆਂ ਦੀ ਇਹਨਾਂ ਨੇ ਸੇਵਾ ਕੀਤੀ। ਸੋ ਭਾਈ ਗੁਰਦਾਸ ਜੀ ਇੱਕ ਦਿਨ ਜਿਹੜਾ ਹੈ ਇਹਨਾਂ ਨੇ ਨਾ, ਹੁਣ ਦੇਖੋ ਇਹਨਾਂ ਦੀ ਦੇਣ ਕੀ ਆ, ਇਹਨਾਂ ਨੇ 40 ਵਾਰਾਂ ਲਿਖੀਆਂ ਨੇ ਤੇ 675 ਕਵਿਤ ਲਿਖੇ ਨੇ, ਤੇ ਸਾਰਿਆਂ ਦੇ ਸਾਰੇ ਜਿਹੜੇ ਹਨ ਇਟਸ ਅ ਵਾਕਿੰਗ ਇਨਸਾਈਕਲੋਪੀਡੀਆ, ਦ ਐਵਰ ਰਿਟਨ ਇਨ ਦ ਅਰਲੀਅਰ ਟਾਈਮਸ, ਦ ਫਰਸਟ ਐਵਰ ਹੈ। ਓਕੇ, ਸੋ ਹੁਣ ਭਾਈ ਗੁਰਦਾਸ ਜੀ ਕਹਿੰਦੇ ਨੇ ਨਾ, ਕਹਿੰਦੇ ਨੱਖ ਸਿੱਖ ਲੋ ਸਗਲ ਅੰਗ, ਰੋਮ ਰੋਮ ਕਰ। ਕਹਿੰਦੇ ਦੇਖੋ ਨਾ, ਭਾਈ ਗੁਰਦਾਸ ਨੇ ਇਹ ਗੱਲ ਕਹੀ। ਆਪਾਂ ਉਹਨਾਂ ਦੀ ਸਾਖੀ ਬਾਅਦ ਵਿੱਚ ਵਿਚਾਰਾਂਗੇ। ਇੱਕ ਸਾਖੀ ਆਉਂਦੀ ਹੈ। ਸੋ ਸਾਖੀ ਕੀ ਹੈ? ਕਹਿੰਦੇ ਨੱਖ, ਕਹਿੰਦੇ ਮੇਰੇ ਨੌ, ਕਹਿੰਦੇ ਸਿੱਖ ਲੋ ਸਗਲ ਅੰਗ, ਰੋਮ ਰੋਮ ਕਰ। ਮੇਰਾ ਇੱਕ ਇੱਕ ਜਿਹੜਾ ਹੈ ਨਾ, ਇਹਨੂੰ ਇੱਕ ਇੱਕ ਨੂੰ ਕੱਟ ਦੋ, ਮੇਰੇ ਸਰੀਰ ਨੂੰ ਛੋਟਾ ਛੋਟਾ ਕਰ ਦੋ, ਤੋੜ ਦੋ, ਇਹਨੂੰ ਡਸਟ ਬਣਾ ਦੋ, ਜਿਵੇਂ ਆਲਮੋਸਟ ਲਾਈਕ ਥੋੜਾ ਚੂਰਾ ਚੂਰਾ ਕਰ ਦੋ ਇਸ ਦਾ। ਕਾਟ ਕਾਟ ਸਿੱਖਣ ਕੇ ਚਰਨ ਪਰ ਵਾਰੀ ਹੈ, ਇਹਨਾਂ ਨੂੰ ਕੱਟ ਕਰਕੇ ਸਿੱਖਾਂ ਦੇ ਚਰਨਾਂ ਵਿੱਚ ਛੱਡ ਦਿਓ। ਫੇਰ ਕਹਿੰਦੇ ਕੀ ਹੋਵੇਗਾ? ਉਹ ਮਾਸ ਦੇ ਟੁਕੜੇ ਸਿੱਖਾਂ ਦੇ ਪੈਰ ਵਿੱਚ ਲੱਗ ਜਾਣਗੇ, ਉਹ ਜੁੜੇ ਰਹਿਣਗੇ, ਐਂਡ ਦੈਨ ਦ ਸਿੱਖ ਵਿਲ ਫੀਲ ਅਨਕੰਫਰਟੇਬਲ ਨਾ। ਕਹਿੰਦੇ ਫਿਰ ਚਲੋ ਇਹ ਵੀ ਛੱਡੋ। ਭਾਈ ਗੁਰਦਾਸ ਜੀ ਕਹਿੰਦੇ ਅਗਨ ਜਲਾਏ, ਮੇਰੇ ਸਰੀਰ ਦੇ ਟੁਕੜੇ ਟੁਕੜੇ ਕਰਕੇ ਇਹਨੂੰ ਅੱਗ ਵਿੱਚ ਸਾੜ ਦਿਓ। ਸਾੜ ਕੇ ਪੀਸਨ ਪਿਸਾਏ ਤਾਹੇ, ਕਹਿਣਗੇ ਉਹਨਾਂ ਨੂੰ ਫਿਰ ਗ੍ਰਾਈਂਡ ਕਰ ਦਿਓ, ਪਾਊਡਰ ਬਣਾ ਦਿਓ। ਆਫ ਕੋਰਸ ਹੱਡੀਆਂ ਹੈਗੀਆਂ, ਯੂ ਕੱਟ ਦ ਬੋਨਸ ਆਰ ਸਟਿਲ ਦੇਅਰ। ਉਹ ਕਹਿੰਦੇ ਇਹਨਾਂ ਨੂੰ ਕੱਟ ਕੇ ਸਾੜ ਕੇ ਇਹਨੂੰ ਗ੍ਰਾਈਂਡ ਕਰ ਦਿਓ। ਲੈ ਉੱਡੇ ਪਵਨ ਹੋਏ, ਕਹਿੰਦੇ ਉੱਥੇ ਰੱਖ ਦਿਓ ਜਿੱਥੇ ਹਵਾ ਉੱਡਦੀ ਹੋਵੇ। ਕਿੱਧਰ ਵੱਲ? ਜਿੱਥੇ ਸਿੱਖ ਸੰਗਤਾਂ ਗੁਰੂ ਨੂੰ ਮਿਲਣ ਵਾਸਤੇ ਆਉਂਦੀਆਂ ਨੇ। ਔਨ ਦ ਪਾਥ, so that my dust is spread over the path where the Sikhs are going to walk towards their Guru। ਕਹਿੰਦੇ ਹੋਏ ਅਨਕ ਪ੍ਰਕਾਰੀ ਹੈ। ਫੇਰ ਕਹਿੰਦੇ ਨਾ ਤੀਜੀ ਗੱਲ ਹੈ, ਜਤ ਕਤ ਸਿੱਖ ਪੱਗ ਧਰੈ, ਮੈਂ ਚਾਹੁੰਦਾ ਹਾਂ ਜਿੱਥੇ ਰਸਤੇ ਤੇ ਮੇਰੇ ਗੁਰ ਸਿੱਖ ਪੈਰ ਧਰਨ, ਜਿੱਥੇ ਉਹਨਾਂ ਦਾ ਫੀਟ ਜਿਹੜਾ ਹੈ ਵਿਲ ਟੱਚ ਦ ਸੋਇਲ, ਦ ਅਰਥ, ਤੇ ਕਹਿੰਦੇ ਧਰੇ ਗੁਰ ਪੰਥ ਪ੍ਰਤ, ਸਤਿਗੁਰੂ ਦੇ ਰਸਤੇ ਵਿੱਚ ਜਾਂਦਿਆਂ ਹੋਇਆਂ, ਤਾਹੂ ਤਾਹੂ ਮਾਰਗ ਮੈਂ ਭਸਮ ਕਹਿ ਡਾਰੀ ਹੈ, ਮੇਰਾ ਭਸਮ ਉੱਥੇ ਉੱਥੇ ਡਾਲ ਦੇ। ਕਿਉਂ? ਨਾਓ ਹੀ ਸੇਜ਼ ਨੈਕਸਟ ਲਾਈਨ, ਕਹਿੰਦੇ ਤੇ ਪਦ ਪਾਦਕ
देखो उन्होंने चरण, चाहे उन्होंने ਜਿਹੜੀਆਂ ਜੁੱਤੀਆਂ ਪਾਈਆਂ ਹੁੰਦੀਆਂ, ਪਾਦਕ ਮੀਨਸ ਜਿਹੜੀਆਂ ਜੁੱਤੀਆਂ ਪਾਈਆਂ ਹੁੰਦੀਆਂ ਨੇ, ਕਹਿੰਦੇ ਉਹਨਾਂ ਦੇ ਚਰਨ, ਉਹਨਾਂ ਦੀਆਂ ਜੁੱਤੀਆਂ ਦੇ ਨਾਲ ਮੇਰੀ ਲਿਵ ਜੁੜੀ ਰਵੇ। ਮੇਰਾ ਕੋਈ ਨਾ ਕੋਈ ਮੇਰੇ ਸਰੀਰ ਦਾ ਹਿੱਸਾ ਉਹ ਗੁਰਸਿੱਖਾਂ ਦੇ ਚਰਨਾਂ ਨਾਲ ਜੁੜਿਆ ਰਵੇ। ਕਿਉਂ? ਦਇਆ ਕੇ ਦਇਆਲ ਮੋਹੇ ਪਤਤ ਉਦਾਰੀ ਹੈ। ਯੂ ਨੋ ਵਾਈ? ਕਹਿਣਗੇ ਮੇਰਾ ਗੁਰੂ ਕਿਤੇ ਮੈਨੂੰ ਪਾਪੀ ਨੂੰ ਤਾਰ ਲਵੇ। ਆਫਟਰ ਡੂਇੰਗ ਸੋ ਮਚ ਆਫ ਸੇਵਾ, ਯੂ ਨੋ ਵਾਟ ਇਜ਼ ਸੇਇੰਗ, ਮੈਨੂੰ ਪਤਤ ਨੂੰ ਗੁਰੂ ਤਾਰ ਲਵੇ। ਕਿਤੇ ਮਹਾਰਾਜ ਨੂੰ ਤਰਸ ਆ ਜਾਵੇ ਵੀ ਇਹ ਗਰੀਬ ਸਿੱਖ ਹੈਗਾ, ਵੀ ਮੈਨੂੰ ਇਹਨੂੰ ਤਾਰ ਦੇਵਾਂ। ਯੂ ਨੋ, ਸੋ ਐਂਡ ਦ ਪੁਆਇੰਟ ਹੇਅਰ ਇਜ਼, ਕਹਿੰਦੇ ਜਦ ਮਹਾਰਾਜ ਦੇ ਦੇਖੋ ਉਡਾ ਕੇ ਸਿੱਧਾ ਗੁਰੂ ਦੇ ਦਰ ਤੇ ਵੀ ਜਾ ਸਕਦੇ, ਪਰ ਨਹੀਂ, ਕਹਿੰਦੇ ਚਰਨਾਂ ਨਾਲ ਲੱਗੇ। ਬਿਕਾਜ਼ every day I want to be in the feet of the Gursikhs. Every day I want to go to the Guru's darbar. Now Gursikhi is not about straight walking towards your destination. No, the path itself is so blissful. ਗੁਰਸਿੱਖ ਕਹਿੰਦਾ ਹੈ ਮੇਰਾ ਰਸਤਾ ਹੀ ਨਾ ਮੁੱਕੇ, ਮੈਂ ਮੁੜ ਮੁੜ ਕੇ ਗੁਰੂ ਦੇ ਰਸਤੇ ਤੇ ਤੁਰਾਂ। ਇਹ ਭਾਵਨਾ ਹੈ ਗੁਰਸਿੱਖ ਦੀ। ਹੁਣ ਦੇਖੋ, ਹੁਣ ਇਹ ਚਰਨਾਂ ਦੀ ਧੂੜ ਲੈ ਕੇ ਆਪਣਾ ਬਦਲਾਅ ਕੀ ਹੁੰਦਾ ਹੈ। ਮਹਾਰਾਜ ਗੁਰਬਾਣੀ 'ਚ ਕਹਿੰਦੇ ਨੇ 216ਵੇਂ ਅੰਗ ਤੇ ਮਹਾਰਾਜ ਨੇ ਸ਼ਬਦ ਉਚਾਰਿਆ, ਪਤਤ ਪਵਿੱਤ ਲਗ ਗੁਰ ਕੇ ਪੈਰੇ ਜਿਓ। ਕਹਿੰਦੇ ਪਤਤ ਵੱਡੇ ਤੋਂ ਵੱਡਾ ਪਾਪੀ ਵੀ ਤਰ ਜਾਂਦਾ ਹੈ ਜਿਹਨੂੰ ਗੁਰੂ ਦੇ ਚਰਨਾਂ ਦੇ ਨਾਲ ਸ਼ੋਅ ਪ੍ਰਾਪਤ ਹੋ ਜਾਂਦੀ ਆ। ਉਗਤ ਸਿਆਣਪ ਸਗਲੀ ਤਿਆਗ। ਦੇਖੋ ਇਹ ਜਿਹੜਾ ਹੈ ਇੱਕ ਜਿਹੜਾ 177 ਅੰਗ ਤੇ ਆਉਂਦਾ ਸ਼ਬਦ, ਮਹਾਰਾਜ ਕਹਿੰਦੇ ਉਗਤ ਸਿਆਣਪ। ਇਹ ਸਿਆਣਪ ਜਾਂ ਇੰਟਰਲੈਕਟ ਆਪਾਂ ਕਰਦੇ ਹਾਂ, ਸਿਆਣਪਾ ਵਰਤਦੇ ਹਾਂ, ਲੌਜਿਕ ਵਰਤ ਲਿਆ ਜੀ, ਇਹ ਨਹੀਂ ਹੋ ਸਕਦਾ, ਉਹ ਇਹ ਕਹਿੰਦੇ ਹਾਂ ਉਗਤ ਸਿਆਣਪ ਸਗਲੀ ਤਿਆਗ। ਇਹਨੂੰ ਤਿਆਗ ਦੇ। ਡੋਂਟ ਪਲੇ ਸਮਾਰਟ ਵਿਦ ਦ ਗੁਰੂ। Don't do like, you know, you can make a decision, you should have an opinion on Gurmat. No, Gurmat is as the Guru has given to you. So ਫਿਰ ਸੰਤ ਜਨਾਂ ਕੀ ਚਰਨੀ ਲੱਗ, ਸੰਤ ਜਨਾਂ ਦੀਆਂ ਚਰਨੀ ਲੱਗ ਜਾ, ਪਰ ਇਹੀ ਕੰਮ ਤੂੰ ਕਰ ਸਕਦਾ। ਦਿਸ ਇਜ਼ ਗੁਰਬਾਣੀ। ਸੋ ਹੁਣ ਇੱਥੇ ਇੱਕ ਸਾਖੀ ਆਉਂਦੀ ਹੈ ਬਾਬਾ ਮਹਾਰਾਜ ਸਿੰਘ ਦੀ। ਓਕੇ, ਬਾਬਾ ਮਹਾਰਾਜ ਸਿੰਘ ਕਹਿੰਦੇ ਇਹ ਜਿਹੜਾ ਇੱਕ ਗੁਰਸਿੱਖ ਸੀਗਾ, ਤੇ ਉਹ ਸਮਾਂ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ ਨਾ, ਇਹ ਰਾਜ ਜਿਹੜਾ ਹੈ ਮੁੱਕਿਆ ਕਿਦੋਂ? 1849 ਦੇ ਵਿੱਚ। ਸੋ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਹਨ ਉਹਨਾਂ ਦੇ ਕੋਲ ਬਹੁਤ ਸਾਰੇ ਰੈਜੀਮੈਂਟ ਸੀਗੇ, ਬਹੁਤ ਸਾਰੇ ਉਹਨਾਂ ਕੋਲ ਜਿਹੜੀਆਂ ਹਨ ਆਰਮੀ ਦੀਆਂ ਟੁਕੜੀਆਂ ਸੀਗੀਆਂ, ਬਹੁਤ ਸਾਰਾ ਸੀਗਾ। ਬਿਕੋਜ਼ ਹੀ ਵਾਸ ਵਨ ਆਫ ਦ ਸਟਰੋਂਗੈਸਟ ਜਿਹੜਾ ਕਿੰਗਡਮ ਸੀ ਉਸ ਸਮੇਂ ਦਾ, ਜਿਹਨੂੰ ਕੋਈ ਵੀ ਨਹੀਂ ਹਰਾ ਸਕਦਾ ਸੀ। ਉੱਥੇ ਇੱਕ ਬਾਬਾ ਬੀਰ ਸਿੰਘ ਨੌਰੰਗਾਬਾਦ ਵਿੱਚ ਰਹਿੰਦੇ ਸਨ। ਉਹਨਾਂ ਨੂੰ ਕਹਿੰਦੇ ਬਾਬਾ ਬੀਰ ਸਿੰਘ ਨੌਰੰਗਾਬਾਦ ਵਾਲੇ। ਸੋ ਬਾਬਾ ਵੀਰ ਸਿੰਘ ਦੇ ਕੋਲ ਜਿਹੜਾ ਹਨ ਮਹਾਰਾਜਾ ਰਣਜੀਤ ਸਿੰਘ ਅਕਸਰ ਹਰ ਰੋਜ਼ ਜਾਂ ਕੋਈ ਸਮੇਂ ਤੇ ਆਇਆ ਕਰਦੇ ਸਨ ਉਹਨਾਂ ਦੀ ਸਲਾਹ ਲੈਣ ਵਾਸਤੇ। ਤੇ ਬਾਬਾ ਵੀਰ ਸਿੰਘ ਦੇ ਕੋਲ 5000 ਸਿੱਖ ਸੀਗੇ। ਇਸ ਦੇ ਆਰਮੀ ਨਾ, ਉਹਦਾ ਆਰਮੀ ਦਾ ਲੀਡਰ ਸੀਗਾ, ਉਹਦੇ ਕੋਲ 5000 ਆਰਮੀ ਸੀਗੀ। ਬਟ ਦਿਸ ਰੈਜੀਮੈਂਟ ਵਾਸ ਕਾਲਡ ਅਕਾਲ ਰੈਜੀਮੈਂਟ। ਇਹ ਖਾਲਸੇ ਰਾਜ ਦੀ ਬਹੁਤ ਤਕੜੀ ਫੌਜ ਸੀ। ਜਿੱਦਣ ਮਹਾਰਾਜਾ ਰਣਜੀਤ ਨੂੰ ਕੋਈ ਡਿਫੀਟ ਦਿਸਦੀ ਸੀ ਨਾ, ਜਾਂ ਹਾਰਨ ਤੇ ਆ ਜਾਂਦੇ ਸੀ ਨਾ, ਫਿਰ ਇਹ ਅਕਾਲ ਰੈਜੀਮੈਂਟ ਨੂੰ ਸੱਦਦੇ ਸੀ। ਐਂਡ ਦੇ ਵਿਲ ਨੈਵਰ ਲੂਸ। ਜਿੰਨੀ ਵੀ ਤਕੜੀ ਜਿਹੜੇ ਹਨ ਆਵੇ ਤੇ ਇਹ ਜਿਹੜੇ ਹਨ ਮਹਾਰਾਜ ਦੇ ਆਸਰੇ ਤੇ ਜਿੱਤ ਲੈਂਦੇ ਸੀ ਵਾਰ ਨੂੰ। ਸੋ ਇਹਨਾਂ ਦੇ ਕੋਲ ਇੱਕ ਛੋਟਾ ਜਿਹਾ ਸਿੱਖ ਆਇਆ ਕਰਦਾ ਸੀਗਾ, ਇਹਦਾ ਨਾਂ ਸੀ ਮਹਾਰਾਜ ਸਿੰਘ। ਮਹਾਰਾਜ ਸਿੰਘ ਨੇ ਆਉਣਾ ਤੇ ਇਹਨੇ ਬਹੁਤ ਸੇਵਾ ਕਰਨੀ, ਤੇ ਇਹਦੇ ਨਾਲ ਦਾੜੀ ਨਹੀਂ ਹੁੰਦੀ ਸੀ। ਹੁਣ ਜਿਹਦੇ ਦਾੜੀ ਨਾ ਹੋਵੇ ਨਾ, ਨੈਚੁਰਲੀ ਜਿਨ੍ਹਾਂ ਦੇ ਦਾੜੀ ਨਹੀਂ ਆਉਂਦੀ, ਉਹਨਾਂ ਨੂੰ ਤੁਹਾਨੂੰ ਪਤਾ ਪਿਛਲੇ ਸਮੇਂ 'ਚ ਕੀ ਕਹਿੰਦੇ ਹੁੰਦੇ ਸੀ? ਖੋਦਾ। ਤੇ ਸ਼ਬਦ ਤੁਸੀਂ ਸੁਣਿਆ ਨਾ, ਖੋਦਾ ਕਹਿੰਦੇ ਹੁੰਦੇ ਸੀ ਵੀ ਜਿਹਦੇ ਦਾੜੀ ਨਾ ਆਵੇ ਨਾ। ਸੋ ਕੀ ਹੋਇਆ, ਸਿੱਖ ਇਹਦੇ ਨਾਲ ਮਖੌਲ ਕਰਿਆ ਕਰਦੇ ਸਨ। ਕਹਿੰਦੇ ਤੂੰ ਖੋਦਾ ਜਾਂ ਤੁਰਿਆ ਫਿਰਦਾ ਹੈ, ਤੇਰੇ ਦਾੜੀ ਵੀ ਨਹੀਂ ਆਈ। ਬਹੁਤ ਟੀਚਰਾਂ ਕਰਿਆ ਕਰਦੇ ਸੀ ਇਹਦੇ ਨਾਲ। ਇੱਕ ਦਿਨ ਵਿਚਾਰਾ ਮਹਾਰਾਜ ਸਿੰਘ ਨਾ ਬਾਬਾ ਨੌਰੰਗਾਬਾਦ ਕੋਲ ਚਲਿਆ ਗਿਆ, ਬਾਬਾ ਵੀਰ ਸਿੰਘ ਦੇ ਕੋਲ। ਕਹਿੰਦੇ ਬਾਬਾ ਜੀ ਮੈਨੂੰ ਸਿੱਖ ਬਹੁਤ ਟੀਚਰਾਂ ਕਰਦੇ ਵੀ ਮੇਰੇ ਦਾੜੀ ਨਹੀਂ ਆਉਂਦੀ, ਮਹਾਰਾਜ ਮੈਂ ਕੀ ਕਰਾਂ? ਬਾਬਾ ਵੀਰ ਸਿੰਘ ਕਹਿੰਦੇ ਲੈ, ਕਹਿੰਦਾ ਜੇ ਤੂੰ ਬਾਹਰ ਜਾ, ਜਿੱਥੇ ਸਿੱਖ ਸੰਗਤਾਂ ਆਉਂਦੀਆਂ, ਜਿੱਥੇ ਜੁੱਤੀਆਂ ਲਾਉਂਦੀਆਂ ਨਾ, ਉਹ ਜਿੱਥੇ ਉਹ ਧੂੜ ਡਸ ਹੈ ਨਾ, ਉਹ ਲੈ ਕੇ ਆਪਣੇ ਮੂੰਹ ਨੂੰ ਮਲਿਆ ਕਰ। ਕਹਿੰਦੇ ਜਿੱਥੇ ਤੂੰ ਦਾੜੀ ਹੈ ਨਾ, ਇੱਥੇ ਆਹ ਹਿੱਸਾ ਜਿਹੜਾ ਹੈ ਉਹ ਲੈ ਕੇ ਨਾ ਧੂੜ ਸਾਰੀ ਆਪਣੇ ਮੂੰਹ ਤੇ ਮਲਿਆ ਕਰ। ਕੀ ਹੋਇਆ, ਬਾਬਾ ਮਹਾਰਾਜ ਸਿੰਘ ਐਸਾ ਹੀ ਕਰਨ ਲੱਗ ਪਿਆ। ਹਰ ਰੋਜ਼ ਜਾ ਕੇ ਉਹਨੇ ਜੁੱਤੀਆਂ ਝਾੜਨੀਆਂ ਤੇ ਉਹ ਧੂੜ ਲੈ ਕੇ ਆਪਣੇ ਇੱਥੇ ਲਾਉਣ ਲੱਗ ਗਿਆ। ਉਹਦਾ ਕਹਿੰਦੇ ਬਾਬਾ ਮਹਾਰਾਜ ਸਿੰਘ ਦਾ ਕੁਝ ਕੁ ਮਹੀਨਿਆਂ ਦੇ ਵਿੱਚ ਦਾੜਾ ਆਉਣਾ ਸ਼ੁਰੂ ਹੋ ਗਿਆ, ਤੇ ਇੰਨਾ ਦਾੜਾ ਆਇਆ, ਕਹਿੰਦੇ ਉਹਦਾ ਦਾੜਾ ਜਿਹੜਾ ਸੀ ਇੱਥੇ ਨੀਂਹ ਤੱਕ ਜਾਂਦਾ ਸੀ। ਕਾਫੀ ਲੰਮਾ ਦਾੜਾ ਹੋ ਗਿਆ ਬਾਬਾ ਮਹਾਰਾਜ ਸਿੰਘ ਦਾ। ਇੱਕ ਦਿਨ ਉਹ ਨਾ ਜੁੱਤੀਆਂ ਸਾਫ਼ ਕਰ ਰਹੇ ਸੀ। ਹੁਣ ਬਹਿ ਕੇ ਨਹੀਂ ਕਰਦੇ, ਬਿਕੋਜ਼ ਦਾੜਾ ਥੱਲੇ ਲੱਗੇਗਾ, ਰਾਈਟ। ਸੋ ਉਹ ਖੜ ਕੇ ਨਾ ਜੁੱਤੀਆਂ ਸਾਫ਼ ਕਰਿਆ ਕਰਦੇ ਸਨ ਵੀ ਦਾੜਾ ਉੱਤੇ ਰਵੇ। ਸੋ ਜੁੱਤੀਆਂ ਸਾਫ਼ ਕਰੇ। ਇੱਕ ਦਿਨ ਇੱਕ ਸਿੱਖ ਨੇ ਦੇਖਿਆ ਉਹਨਾਂ ਦਾ ਦਾੜਾ ਜਿਹੜਾ ਸੀਗਾ ਨਾ, ਜੋ ਜੁੱਤੀਆਂ ਸਾਫ਼ ਕਰ, ਉਹ ਜੁੱਤੀਆਂ ਨਾਲ ਲੱਗਦਾ ਸੀਗਾ।
ਤੇ ਉਹ ਸਿੱਖ ਕਹਿੰਦਾ ਮਹਾਰਾਜ ਸਿੰਘ, ਕਹਿੰਦਾ ਇਹ ਤੂੰ ਕੀ ਕਰ ਰਿਹਾ ਹੈ? ਤੂੰ ਆਪਣੀ ਦਾੜੀ ਦੀ ਬੇਅਦਬੀ ਕਰ ਰਿਹਾ, ਜੁੱਤੀਆਂ ਨੂੰ ਲੱਗ ਰਹੀ ਹੈ। ਉਹ ਹੱਥ ਜੋੜ ਕੇ ਬਾਬਾ ਮਹਾਰਾਜ ਸਿੰਘ ਪਤਾ ਕੀ ਕਹਿੰਦਾ ਭਾਈ ਗੁਰਸਿੱਖਾ, ਮੈਨੂੰ ਦਾੜੀ ਵੀ ਇੱਥੋਂ ਹੀ ਮਿਲੀ ਆ, ਇਹੀ ਚਰਨਾਂ ਦੀ ਧੂੜ ਆ ਜਿੱਥੇ ਮੈਨੂੰ ਦਾੜੀ ਮਿਲੀ ਆ। ਕਹਿੰਦਾ ਜੇ ਲੱਗੀ ਤਾਂ ਕੀ ਹੋ ਗਿਆ। ਹੁਣ ਇਹੀ ਗੱਲ ਸੀ ਨਾ, ਬਾਬਾ ਸ੍ਰੀ ਚੰਦ ਗੁਰੂ ਰਾਮਦਾਸ ਕੋਲ ਆਏ ਸੀਗੇ, ਜੋ ਗੁਰੂ ਨਾਨਕ ਸਾਹਿਬ ਦੇ ਸਾਹਿਬਜ਼ਾਦੇ ਸੀਗੇ। ਗੁਰੂ ਰਾਮਦਾਸ ਜੀ ਨੂੰ ਕਹਿੰਦੇ ਐਡਾ ਦਾੜਾ ਤੁਹਾਡਾ ਕਿਉਂ ਵਧਾਇਆ? ਤੇ ਬਾਬਾ ਸ੍ਰੀ ਚੰਦ ਦੀ ਗੱਲ ਸੁਣ ਕੇ ਗੁਰੂ ਰਾਮਦਾਸ ਨੇ ਕੀ ਕੀਤਾ ਸੀ, ਉਹਨਾਂ ਦੇ ਚਰਨ ਫੜ ਲਏ, ਆਪਣਾ ਦਾੜਾ ਲੈ ਕੇ ਉਹਨਾਂ ਨੂੰ ਝਾੜਨ ਲੱਗ ਪਏ, ਉਹਨਾਂ ਦੇ ਚਰਨ। ਕਹਿੰਦੇ ਦਾੜਾ ਤਾਂ ਰੱਖਿਆ ਤੁਹਾਡੇ ਵਰਗੇ ਮਹਾਂਪੁਰਸ਼ਾਂ ਦੇ ਚਰਨ ਝਾੜਨ ਵਾਸਤੇ। ਤੇ ਦੇਖੋ ਨਿਮਰਤਾ, ਉਹ ਇੱਕ ਗੁਰੂ ਹੋ ਕੇ ਆਪਾਂ ਤਾਂ ਕੀ ਚੀਜ਼ ਆ। ਇਹੀ ਬਾਬਾ ਮਹਾਰਾਜ ਸਿੰਘ ਸੀਗਾ ਜਿਹਨੂੰ ਆਪਾਂ ਮੰਨਦੇ ਹਾਂ ਦ ਫਰਸਟ ਸਿੱਖ ਇਨ ਮਲੇਸ਼ੀਆ ਸਿੰਗਾਪੁਰ, ਪਹਿਲਾ ਸਿੱਖ ਹੈ ਇਹ। ਹੀ ਵਾਸ ਕਾਟ, ਇਹ ਬਿਕੋਜ਼ ਇਹਨਾਂ ਨੇ ਜੰਗ ਜਾਰੀ ਰੱਖਿਆ ਅੰਗਰੇਜ਼ਾਂ ਦੇ ਨਾਲ। ਆਫਟਰ ਰਾਜ ਡਿੱਗ ਪਿਆ, ਇਹ ਲੜਦੇ ਰਹੇ ਹਜੇ ਅੰਗਰੇਜ਼ਾਂ ਨਾਲ ਖਾਲਸੇ ਰਾਜ ਵਾਸਤੇ, ਤੇ ਇਹਨਾਂ ਨੂੰ ਪਕੜ ਕੇ ਲਿਆਂਦਾ ਉਹਨਾਂ ਨੇ। ਕਈ ਮੰਨਦੇ ਨੇ ਵੀ ਪਿਨੈਂਗ ਲੈ ਕੇ ਆਏ, ਪਿਨੈਂਗ ਤੋਂ ਫਿਰ ਇਹ ਜਿਹੜਾ ਹਨ ਸਿੰਗਾਪੁਰ ਲੈ ਕੇ ਆਏ। ਸਿੰਗਾਪੁਰ ਦੇ ਵਿੱਚ ਇਹਨਾਂ ਨੂੰ ਜਿਹੜਾ ਹੈ ਇੱਕ ਕੋਠੜੀ ਵਿੱਚ ਰੱਖਿਆ, ਇੱਕ ਪ੍ਰਿਜ਼ਨ ਦੇ ਵਿੱਚ। ਉਹ ਪ੍ਰਿਜ਼ਨ ਨੂੰ ਕਹਿੰਦੇ ਆ ਕਾਲ ਕੋਠੜੀ, ਦੈਟ ਮੀਨਸ ਨੋ ਲਾਈਟ ਐਟ ਆਲ, ਇਟਸ ਟੋਟਲ ਡਾਰਕਨੈਸ। ਉਹ ਸੈੱਲ ਦਾ ਸਾਈਜ਼ ਜਿਹੜਾ ਸੀਗਾ 14 ਫੀਟ ਬਾਈ 15 ਫੀਟ ਸੀਗਾ, ਦੈਟਸ ਇਟ। ਬਾਬਾ ਮਹਾਰਾਜ ਸਿੰਘ ਉੱਥੇ 6 ਸਾਲ ਰਹੇ ਨਾ, and he never saw the sun. He was in the dark kothri. He never saw the sun for 6 years. After 3 years ਉਹ ਅੰਨੇ ਹੋ ਗਏ ਸੀ, he couldn't see early because darkness ਵਿੱਚ ਰਹਿਣਾ। ਅੱਖਾਂ ਉਹਨਾਂ ਦੇ ਖਰਾਬ ਗਿਆ, ਜੀਭ ਦੀ ਕੈਂਸਰ ਹੋ ਗਈ, ਉਹਨੂੰ ਖਾਣਾ ਨਹੀਂ ਦੇਣਾ। ਡਾਕਟਰਸ ਕਹਿੰਦੇ ਇਹਨਾਂ ਨੂੰ ਬਾਹਰ ਲਿਜਾਇਆ ਕਰੋ, ਨਹੀਂ, ਅੰਗਰੇਜ਼ਾਂ ਨੇ ਕੀਤਾ ਟੌਰਚਰ ਕਰਕੇ। ਤੇ ਇਹਨਾਂ ਨੇ ਫਿਰ 1856 ਦੇ ਵਿੱਚ ਆਪਣਾ ਸਰੀਰ ਛੱਡਿਆ। ਇਹ ਸੀ ਬਾਬਾ ਮਹਾਰਾਜ ਸਿੰਘ। ਦੇਖੋ ਸਿੱਖਾਂ ਨੇ ਕਿੰਨੀਆਂ ਵੱਡੀਆਂ ਵੱਡੀਆਂ ਕੁਰਬਾਨੀਆਂ ਪਾਈਆਂ। ਓਕੇ, ਸੋ ਹੁਣ ਇੱਕ ਹੋਰ ਸਾਖੀ ਆਉਂਦੀ ਹੈ। ਮਹਾਰਾਜਾ ਰਣਜੀਤ ਸਿੰਘ ਨੇ ਇੱਕ ਦਿਨ, ਉਹਨਾਂ ਨੂੰ ਮਨ ਵਿੱਚ ਉਹਨਾਂ ਦੇ ਸ਼ਰਧਾ ਆਈ, ਕਹਿੰਦੇ ਕੋਈ ਐਸਾ ਮੈਨੂੰ ਗੁਰਸਿੱਖ ਮਿਲਾ ਦਿਓ ਜਿਹਨੇ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕੀਤੇ ਹੋਣ। ਨਾ ਰਿਮੈਂਬਰ, ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਇਆ 1780 ਦੇ ਵਿੱਚ, ਤੇ ਉਹਨਾਂ ਨੇ ਸਰੀਰ ਜਿਹੜਾ ਸੀਗਾ ਉਹਨਾਂ ਨੇ ਛੱਡਿਆ 1839 ਦੇ ਵਿੱਚ। ਓਕੇ, ਹੀ ਵਾਸ not even 60 years old। ਮਹਾਰਾਜਾ ਰਣਜੀਤ ਸਿੰਘ ਨੇ ਐਡਾ ਵੱਡਾ ਰਾਜ ਕਾਇਮ ਕਰ ਲਿਆ। ਤੇ ਦੇਖੋ ਇੱਕ ਦਿਨ ਉਹਨਾਂ ਦੇ ਮਨ 'ਚ ਚਾਹ ਆਇਆ, ਕਹਿੰਦੇ ਉਹ ਕੋਈ ਗੁਰਸਿੱਖ ਹੈ ਜਿਹਨੇ ਗੁਰੂ ਗੋਬਿੰਦ ਸਿੰਘ ਦੇ ਪ੍ਰਤੱਖ ਦਰਸ਼ਨ ਕੀਤੇ ਹੋਣ। ਸੋ ਸਾਰੇ ਕਿਤੇ ਹੁਕਮਨਾਮੇ ਚਲੇ ਗਏ, ਸਾਰਿਆਂ ਨੂੰ ਦੱਸਿਆ ਜਾ ਕੇ ਵੀ ਭਾਈ ਲੱਭੋ ਕੋਈ ਬੰਦਾ। ਅਖੀਰਕਾਰ ਇੱਕ ਬਹੁਤ ਬੁੱਢਾ, ਉਹਦੀ ਉਮਰ ਈਜ਼ਲੀ ਜਿਹੜੀ ਸੀ 120 years above ਸੀਗੀ ਉਹਦੀ ਉਮਰ, ਬਹੁਤ ਬੁੱਢਾ, ਪਸ਼ਾਵਰ ਦੇ ਵਿੱਚ ਰਹਿੰਦਾ ਸੀਗਾ। ਉਹ ਆਇਆ ਚੱਲ ਕੇ, ਤੇ ਮਹਾਰਾਜਾ ਰਣਜੀਤ ਸਿੰਘ ਨੇ ਉਹਦੇ ਪੈਰ ਧੋ ਕੇ ਆਪਣੇ ਤਖਤ ਤੇ ਬਿਠਾ ਕੇ ਉਹਨੂੰ ਪੁੱਛਿਆ, ਕਹਿੰਦਾ ਮੈਨੂੰ ਇਹ ਦੱਸ ਗੁਰੂ ਗੋਬਿੰਦ ਸਿੰਘ ਕੈਸੇ ਲੱਗਦੇ ਸਨ? ਹਾਊ ਡਜ਼ ਹੀ ਲੁੱਕ? ਉਹਨਾਂ ਦੀ ਚਿਹਰੇ ਕੈਸਾ ਸੀ, ਉਹਨਾਂ ਦਾ ਪ੍ਰਤਾਪ ਕੈਸਾ ਸੀਗਾ, ਉਹਨਾਂ ਦਾ ਦਰਬਾਰ ਕੈਸਾ ਸੀ? ਤੇ ਉਹ ਸਿੱਖ ਨੇ ਜਿਹੜਾ ਹਨ, ਉਹਦੇ ਅੱਖਾਂ 'ਚੋਂ ਅਥਰੂ ਆ ਕੇ ਰੋਣ ਲੱਗ ਪਿਆ। ਉਹਨੂੰ ਦਿਨ ਯਾਦ ਆ ਗਏ ਜਦੋਂ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕੀਤੇ ਸਨ। ਉਹ ਕਹਿੰਦਾ ਮੈਂ ਜਦੋਂ ਗਿਆ ਨਾ, ਮਹਾਰਾਜ ਕਹਿੰਦੇ ਗੁਰੂ ਗੋਬਿੰਦ ਸਿੰਘ ਉੱਤੇ ਬਹਿੰਦੇ ਹੁੰਦੇ ਸਨ, ਆਪਦਾ ਤਰੋਨ ਕਹਿੰਦੇ ਕਾਫੀ ਉੱਚਾ ਸੀ ਗੁਰੂ ਗੋਬਿੰਦ ਸਿੰਘ ਦਾ। ਕਹਿੰਦੇ ਉਹਨਾਂ ਦਾ ਸਰੀਰ ਜਿਹੜਾ ਸੀ ਨਾ ਐਂ ਲੱਗਦਾ ਸੀ ਵੀ ਜੋ ਵਾਰ ਵਾਸਤੇ ਤਿਆਰ ਹੁੰਦੇ ਨੇ, ਕਮਰ ਕੱਸਾ ਕੀਤਾ ਹੁੰਦਾ ਸੀਗਾ। ਤੇ 1.25 ਮਣ ਹੈ, 1.25 ਮਣ ਵਿੱਚ 50 kilos of iron, ਇੰਨਾ ਜਿਹੜਾ ਹਨ ਵੈਪਨਰੀ ਗੁਰੂ ਮਹਾਰਾਜ ਦੇ ਬੋਡੀ ਤੇ ਹਰ ਵੇਲੇ ਹੁੰਦਾ ਸੀ। ਐਟ ਵਨ ਟਾਈਮ 50 kilos ਦਾ ਲੋਹਾ ਗੁਰੂ ਗੋਬਿੰਦ ਸਿੰਘ ਦੇ ਸਰੀਰ ਤੇ ਹੁੰਦਾ ਸੀ। ਉਹਨਾਂ ਦੀ ਕਿਰਪਾਨ ਹੋਈ, ਉਹਨਾਂ ਦੀ ਗਨ ਹੋਈ, ਉਹਨਾਂ ਦਾ ਪੱਥਾ ਹੋਇਆ, ਉਹਨਾਂ ਦੇ ਤੀਰ ਹੋਏ, 50 kilos ਜਿੰਨਾ। ਕਹਿੰਦੇ ਐਨ ਤਿਆਰ ਪਰ ਤਿਆਰ ਹੋ ਕੇ ਮਹਾਰਾਜ ਬੈਠਿਆ ਕਰਦੇ ਸਨ। ਫਿਰ ਲੱਕ ਦੇ ਵਿੱਚ ਕਮਰ ਕੱਸਾ ਕੱਸਿਆ ਹੁੰਦਾ ਸੀ। ਤੇ ਮਹਾਰਾਜ ਕੀ ਕਰਦੇ ਬੈਠੇ, ਮਹਾਰਾਜ ਸਾਰਿਆਂ ਵਾਲਾ ਦੇਖਦੇ ਹੁੰਦੇ ਸੀ। ਕਹਿੰਦਾ ਜਿਹਦੇ ਵੱਲ ਵੀ ਮਹਾਰਾਜ ਦੇਖ ਲੈਂਦੇ ਸੀ ਨਾ, ਵਨ ਵਿਸ਼ਨ ਕਹਿੰਦਾ ਦੇਖ ਲੈਂਦੇ ਸੀ ਨਾ, ਉਹ ਬੰਦੇ ਦੇ ਦੁੱਖ ਕੱਟ ਦਿੰਦੇ ਸੀ। ਕਿ ਜਿਹਦੇ ਵੱਲ ਗੁਰੂ ਗੋਬਿੰਦ ਸਿੰਘ ਇੱਕ ਨਿਗਾਹ ਕਰਕੇ ਦੇਖ ਲੈਂਦੇ, ਬਸ ਉਹਨਾਂ ਦਾ ਕੰਮ ਕਰ ਦਿੰਦੇ ਸਨ। ਤੇ ਕਹਿੰਦਾ ਉਹ ਪ੍ਰਤਾਪ ਨੂੰ ਦੇਖ ਕੇ ਕਹਿੰਦਾ ਮੈਂ ਮਹਾਰਾਜ ਨੂੰ ਮੱਥਾ ਟੇਕਣ ਚੱਲਿਆ। ਮੱਥਾ ਟੇਕਣਾ ਮੈਂ ਜਾ ਰਿਹਾ ਸੀ, ਕਹਿੰਦਾ ਮੈਨੂੰ ਲੱਗਿਆ ਕਰੋੜਾਂ ਸੂਰਜ ਚੜੇ ਹੋਏ ਨੇ। I couldn't see the face of ਗੁਰੂ ਗੋਬਿੰਦ ਸਿੰਘ। ਕਹਿੰਦਾ ਇੰਨਾ ਪ੍ਰਕਾਸ਼ ਸੀ ਮਹਾਰਾਜ ਦੇ ਚਿਹਰੇ ਦੇ ਉੱਤੇ, ਦਾ ਔਰਾ ਵਾਸ ਸੋ ਸਟਰੋਂਗ। ਕਹਿੰਦੇ ਫਿਰ ਕਹਿੰਦੇ ਮੈਂ ਨਾ ਚਰਨਾਂ ਤੱਕ ਪਹੁੰਚੇ ਗਿਆ, ਮੈਂ ਆਪਣੀ ਨਿਗਾਹ ਥੱਲੇ ਰੱਖੀ ਮਹਾਰਾਜ ਦੇ ਚਰਨਾਂ ਵੱਲ ਜਾ ਕੇ, ਚਰਨਾਂ ਤੇ ਨਾ ਕਹਿੰਦਾ ਮੈਂ ਆਪਣਾ ਮੱਥਾ ਰੱਖਿਆ। ਕਹਿੰਦਾ ਬਸ ਮੱਥਾ ਜਦੋਂ ਗੁਰੂ ਚਰਨਾਂ ਨਾਲ ਟੱਚ ਹੋਇਆ ਨਾ, ਕਹਿੰਦੇ I could feel that every hair that I have on my body
is already coming with a tongue and ਵਾਹਿਗੁਰੂ 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 the whole body is doing ਲਾਈਕ ਆਪਾਂ ਵਾਹਿਗੁਰੂ ਇੱਥੋਂ ਕਰਦੇ ਨਾ, ਇਹ ਜਿਹਾ ਫੀਲਿੰਗ ਜਿਹੜਾ ਹੈ ਸਾਰੇ ਰੋਮ ਦੇ ਵਿੱਚ ਆ ਗਿਆ, ਸਾਰੀ ਬੋਡੀ ਵਾਹਿਗੁਰੂ ਵਾਹਿਗੁਰੂ। ਕਹਿੰਦਾ ਮੈਨੂੰ ਐਂ ਲੱਗਿਆ ਆਈ ਐਮ ਨੋਟ ਇਨ ਦਿਸ ਵਰਲਡ ਐਨੀਮੋਰ। ਕਹਿੰਦੀ ਮੇਰੀ ਸਮਾਧੀ ਲੱਗ ਗਈ। ਕਹਿੰਦੇ ਮੈਂ ਬਾਅਦ ਵਿੱਚ ਸਿੱਖਾਂ ਨੂੰ ਪੁੱਛਿਆ ਉੱਠ ਕੇ ਵੀ ਮੈਨੂੰ ਕੀ ਹੋਇਆ ਸੀ। ਕਹਿੰਦੇ ਹਰ ਕੋਈ ਨੂੰ ਹੁੰਦਾ, ਜਿਹੜਾ ਵੀ ਗੁਰੂ ਚਰਨਾਂ ਨਾਲ ਟੱਚ ਕਰ ਜਾਂਦਾ ਨਾ ਉਹਦੀ ਸਾਰੀ ਬੋਡੀ 'ਚ ਵਾਹਿਗੁਰੂ ਵਾਹਿਗੁਰੂ ਹੋਣ ਲੱਗ ਜਾਂਦਾ। ਕਹਿੰਦੇ ਐਸਾ ਪ੍ਰਤਾਪ ਹੁੰਦਾ। ਸੋ ਦੇਖੋ ਗੁਰੂ ਚਰਨਾਂ ਦਾ ਪ੍ਰਤਾਪ ਕਿੰਨਾ ਹੈ। ਹੁਣ ਭਾਈ ਗੁਰਦਾਸ ਜੀ ਨੇ ਨਾ, ਉਹਨਾਂ ਨੇ ਜਦੋਂ ਵਾਰਾਂ ਲਿਖਦੇ ਸਨ 40 ਵਾਰਾਂ ਨਾ, ਜਦੋਂ ਉਹਨਾਂ ਪਹੁੰਚੇ ਨਾ ਵਾਰ 35 ਦੇ ਵਿੱਚ, ਪੌੜੀ 20 ਦੇ ਵਿੱਚ, ਅਖੀਰਲੀ ਲਾਈਨ ਦੇ ਵਿੱਚ ਭਾਈ ਗੁਰਦਾਸ ਜੀ ਨੇ ਇਹ ਗੱਲ ਲਿਖੀ, ਜੇ ਗੁਰ ਸਾਂਗ ਵਰਤਦਾ ਸਿੱਖ ਸਿੱਧਕ ਨਾ ਹਾਰੇ। ਸਿੱਖਾਂ ਨੇ ਪੁੱਛਿਆ ਕਿ ਭਾਈ ਗੁਰਦਾਸ ਜੀ ਨੂੰ ਪੁੱਛਿਆ ਕਿ ਇਹ ਕੀ ਗੱਲ ਹੈ। ਕਹਿੰਦਾ ਦੇਖੋ ਗੁਰੂ ਕਿਹੋ ਜਿਹਾ ਵੀ ਸਾਂਗ ਵਰਤਾਵੇ, ਕਿਹੋ ਜਿਹਾ ਵੀ ਟੈਸਟ ਕਰੇ, ਮਹਾਰਾਜ ਸਿੱਖ ਨੂੰ ਭਾਵੇਂ ਕਿਵੇਂ ਵੀ ਟੈਸਟ ਕਰੇ, ਸਿੱਖ ਨੂੰ ਆਪਣਾ ਸਿੱਧਕ, ਆਪਣਾ ਫੇਥ, ਆਪਣਾ ਜਿਹੜਾ ਹਨ ਟਰਸਟ ਗੁਰੂ ਤੇ ਕਿਤੇ ਨਹੀਂ ਹਾਰਨਾ ਚਾਹੀਦਾ। ਯੂ ਸ਼ੁੱਡ ਕੀਪ ਦ ਫੇਥ। ਤੇ ਗੁਰੂ ਹਰਗੋਬਿੰਦ ਸਾਹਿਬ ਨੇ ਇਹ ਗੱਲ ਸੁਣ ਲਈ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੋਚਿਆ, ਕਹਿੰਦੇ ਹੁਣ ਭਾਈ ਗੁਰਦਾਸ ਦਾ ਟੈਸਟ ਲਈਏ। ਹੁਣ ਗੁਰੂ ਸਾਂਗ ਵਰਤਾਏਗਾ, ਵੈਨ ਗੁਰੂ ਟੈਸਟ ਯੂ ਸੀ ਹਾਊ ਯੂ ਵਿਲ ਰਿਐਕਟ। ਕੀ ਹੋਇਆ, ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਘੋੜੇ ਲੈ ਕੇ ਆਉਣੇ ਨੇ। ਘੋੜੇ ਕਿੱਥੋਂ ਲੈਣੇ? ਕਾਬੁਲ ਤੋਂ। ਕਹਿੰਦੇ ਕਾਬੁਲ ਤੋਂ ਘੋੜੇ ਲੈ ਕੇ ਆਉਣੇ ਨੇ। ਤੇ ਘੋੜੇ ਲੈਣ ਵਾਸਤੇ ਨਾ ਭਾਈ ਗੁਰਦਾਸ ਤੇ 2-3 ਸਿੰਘਾਂ ਨੂੰ ਤਿਆਰ ਕੀਤਾ। ਕਹਿੰਦੇ ਤੁਸੀਂ ਜਾਓ ਘੋੜੇ ਲੈ ਕੇ ਆਓ, ਬਟ the treat should be in such a way that the horses should come to ਅੰਮ੍ਰਿਤਸਰ। ਮਹਾਰਾਜ ਜੀ ਦੇਖਣਗੇ, ਜੇ ਪਸੰਦ ਆ then you release the money to them, otherwise the horses have to send back। ਮਹਾਰਾਜ ਕਹਿੰਦੇ ਮੈਂ ਦੇਖਣੇ ਆ ਘੋੜੇ, ਉਹ ਲੈਣੇ ਨੇ। ਸੋ ਇਹ ਡੀਲ ਹੋ ਗਈ। 50,000 ਰੁਪੀਸ ਭਾਈ ਗੁਰਦਾਸ ਨੂੰ ਦਿੱਤਾ ਵੀ ਇਹ ਘੋੜੇ ਖਰੀਦਣ ਵਾਸਤੇ। ਉਹ ਚਲੇ ਗਏ। ਕੀ ਹੋਇਆ, ਘੋੜਿਆਂ ਦਾ ਸੌਦਾ ਹੋ ਗਿਆ, ਘੋੜੇ ਭੇਜ ਦਿੱਤੇ, ਮਹਾਰਾਜ ਨੂੰ ਪਸੰਦ ਵੀ ਆ ਗਏ, ਮਹਾਰਾਜ ਨੇ ਹਾਂ ਕਰ ਦਿੱਤੀ। ਨਾਓ ਦ ਟਾਈਮ ਵਾਸ ਟੂ ਰਿਲੀਜ਼ ਦ ਮਨੀ। ਜਦੋਂ ਉਹ ਮਨੀ ਨੂੰ ਰਿਲੀਜ਼ ਕਰਨ ਵਾਸਤੇ ਉਹ ਬੰਦੇ ਜਿਹੜੇ ਸੌਦਾਗਰ ਆ ਗਏ, ਭਾਈ ਗੁਰਦਾਸ ਵੈਨ ਇਨਟੂ ਦ ਟੈਂਟ ਟੂ ਟੇਕ ਅਪ ਦ ਮਨੀ, ਦ 50,000 that was given, and those days was all coins, you know, so ਵੱਡਾ ਟਰੰਕ ਸੀਗਾ ਉੱਥੇ ਪਿਆ 50,000 ਦਾ। ਸੋ ਉਹ ਪੈਸੇ ਲੈਣ ਵਾਸਤੇ ਗਏ। ਦੇਖੋ ਮਹਾਰਾਜ ਨੇ ਕੀ ਟੈਸਟ ਵਰਤਾਇਆ, ਦ ਮਨੀ ਵਾਸ ਦੇਅਰ, ਦ ਕੋਇਨਸ ਵਾਸ ਦੇਅਰ, ਐਵਰੀਥਿੰਗ ਵਾਸ ਓਕੇ। ਪਰ ਭਾਈ ਗੁਰਦਾਸ ਨੇ ਜਦੋਂ ਖੋਲਿਆ ਨਾ, ਹੀ ਕੁਡ ਓਨਲੀ ਸੀ ਸਟੋਨਸ। ਭਾਈ ਗੁਰਦਾਸ ਦੇ ਮਨ ਵਿੱਚ ਉਦੋਂ ਹੀ ਆ ਗਿਆ, ਕਹਿੰਦਾ ਚੋਰੀ ਹੋ ਗਈ, ਕਿਸੇ ਨੇ ਪੈਸੇ ਲੈ ਗਏ, ਇਹਦੇ ਚ ਪੱਥਰ ਪਾ ਦਿੱਤੇ। ਹੀ ਕੁਡਨਟ ਸੀ ਦ ਮਨੀ। ਦੇਖੋ ਗੁਰੂ ਜਦੋਂ ਸਾਂਗ ਵਰਤਾਉਂਦਾ ਹੈ, ਵੈਨ ਗੁਰੂ ਵਾਂਟ ਟੂ ਟੈਸਟ ਯੂ, ਹੀ ਵਿਲ ਡੂ, ਹੀ ਕੈਨ ਡੂ ਐਨੀਥਿੰਗ ਹੀ ਵਾਂਟਸ ਟੂ ਡੂ ਨਾ। ਸੋ ਕੀ ਹੋਇਆ ਜੀ, ਉਹ ਪੈਸੇ ਗੁਆਚ ਗਏ। ਭਾਈ ਗੁਰਦਾਸ ਦੇਖੀ ਜਾਵੇ, ਇੱਧਰ ਉੱਧਰ ਕੀਤਾ, ਨਹੀਂ ਮਿਲੇ ਨਾ। ਭਾਈ ਗੁਰਦਾਸ ਨੂੰ ਬਹੁਤ ਜ਼ਿਆਦਾ, ਹੁਣ ਫੇਥ ਨਾ, ਫੇਥ ਦੀ ਗੱਲ ਸੀ ਨਾ, ਭਾਈ ਗੁਰਦਾਸ ਡਰ ਗਏ ਵਿਚਾਰੇ। ਕੀ ਹੋਇਆ, ਹੀ ਨੋ ਵਾਟ ਹੀ ਡਿਡ, ਦ ਟੈਂਟ, ਦ ਬਿਹਾਈਂਡ ਪਾਰਟ ਆਫ ਦ ਟੈਂਟ, ਉਹ ਕੱਟ ਕੇ ਉਹ ਟੈਂਟ ਨੂੰ ਪਿੱਛੋਂ ਦੀ ਲੰਘ ਗਏ। ਹੀ ਡਿਡਨਟ ਕਮ ਅਪ, ਯੂ ਨੋ। ਸੋ ਬਾਹਰ ਸੌਦਾਗਰ ਡੀਕਦੇ ਰਹੇ, ਸਿੱਖ ਡੀਕਦੇ ਰਹੇ, ਭਾਈ ਗੁਰਦਾਸ ਜੀ ਪੈਸੇ ਲੈ ਕੇ ਨਹੀਂ ਆਏ। ਕੀ ਗੱਲ ਹੋ ਗਈ, ਉਹ ਅੰਦਰ ਗਏ, ਕਹਿੰਦੇ ਉਹ ਪਟਿਆ ਹੋਇਆ ਤੇ ਪੈਸੇ ਉੱਥੇ ਹੀ ਪਏ, ਟਰੰਕ ਖੁੱਲਾ ਪਿਆ। ਸੋ ਐਵਰੀਬਡੀ ਵਾਸ, ਯੂ ਨੋ, ਭਾਈ ਗੁਰਦਾਸ ਨੂੰ ਕੀ ਹੋ ਗਿਆ, ਕੁਡਨਟ ਅੰਡਰਸਟੈਂਡ ਨਾ, ਯੂ ਨੋ, ਦੇ ਕੁਡਨਟ ਯੂ ਨੋ ਕੰਪਰੀਹੈਂਡ ਵੀ ਕੀ ਹੋਇਆ। ਤੇ ਭਾਈ ਗੁਰਦਾਸ ਜੀ ਉੱਥੋਂ ਭੱਜ ਕੇ ਕਾਂਸ਼ੀ ਵਿੱਚ ਚਲੇ ਗਏ। ਹੀ ਰੈਨ ਟੂ ਕਾਂਸ਼ੀ ਆਲ ਦ ਵੇ। ਉੱਥੇ ਜਾ ਕੇ ਉਹ ਰਾਜਾ ਭਾਈ ਗੁਰਦਾਸ ਨੂੰ ਜਾਣਦਾ ਸੀਗਾ। ਉਹਨੇ ਕੀ ਕੀਤਾ, ਭਾਈ ਗੁਰਦਾਸ ਨੂੰ ਆਪਣਾ ਰਾਜ ਗੁਰੂ ਬਣਾ ਲਿਆ। ਉਹਨਾਂ ਨੂੰ ਸਵੇਰੇ ਹਰ ਰੋਜ਼ ਉਹਨਾਂ ਨੂੰ ਬਿਠਾ ਕੇ ਆਪਣੇ ਤਖਤ ਤੋਂ ਉੱਚਾ ਭਾਈ ਗੁਰਦਾਸ ਦੀ ਜਪਜੀ ਸਾਹਿਬ ਦੀ ਇੱਕ ਪੌੜੀ ਇੱਕ ਦਿਨ 'ਚ ਕਥਾ ਕਰਿਆ ਕਰਦੇ ਸੀ ਉੱਥੇ ਕਾਂਸੀ ਦੇ ਵਿੱਚ। ਐਂਡ ਭਾਈ ਗੁਰਦਾਸ 1 ਸਾਲ ਤੱਕ ਉੱਥੇ ਰਹੇ, ਇਨ 1 ਈਅਰ 1 ਸਾਲ ਤੱਕ ਰਹੇ। ਤੇ ਉੱਥੇ ਭਾਈ ਗੁਰਦਾਸ ਨੇ ਕਵਿਤ ਜਿਹੜੇ ਨਾ ਉੱਥੇ ਸ਼ੁਰੂ ਕੀਤੇ ਲਿਖਣੇ। ਸੋ ਹੀ ਸਟਾਰਟ ਰਾਈਟਿੰਗ ਕਵਿਤ ਇਨ ਕਾਂਸ਼ੀ ਵਿੱਚ ਲਿਖਣੇ ਸ਼ੁਰੂ ਕੀਤੇ। ਫਿਰ ਕੀ ਹੋਇਆ, ਭਾਈ ਗੁਰਦਾਸ ਜੀ ਨਾ ਉੱਥੇ ਬੈਠਿਆਂ ਨਾ ਇਹਨਾਂ ਮਨ 'ਚ ਵਿਰਾਗ ਆਇਆ। ਤੋ ਉਹਨਾਂ ਨੇ ਕਵਿਤ 520 ਵਿੱਚ ਲਿਖਿਆ, ਵੈਰੀ ਵੈਰੀ ਫਾਸਟ, ਆਈ ਵਿਲ ਗੋ ਥਰੂ ਦਿਸ। ਜੈਸੇ ਬਛੜਾ ਬਿਲਾਤ ਮਾਤ ਮਿਲਵੇ ਕੋ, ਕਿਵੇਂ ਜਿਵੇਂ ਬਛੜਾ ਹੁੰਦਾ ਹੈ ਨਾ, ਇੱਕ ਕਾਓ ਦਾ ਜਿਹੜਾ ਬੱਚਾ ਹੁੰਦਾ ਨਾ, ਕਹਿੰਦੇ ਉਹ ਰੋਂਦਾ ਹੈ ਵੀ ਮੈਨੂੰ ਮਾਂ ਨਾਲ ਮਿਲਾ ਦਿਓ, ਕਿਉਂਕਿ ਮਾਂ ਤਾਂ ਜਾਂਦੀ ਹੈ ਨਾ ਚਰਨ ਵਾਸਤੇ, ਉਹ ਘਾਹ ਖਾਣ ਵਾਸਤੇ, ਤੇ ਉਹਨੂੰ ਹੱਕ ਕੇ ਬਹੁਤ ਦੂਰ ਤੱਕ ਲੈ ਜਾਂਦੇ। ਉਹਦਾ ਬੱਚਾ ਪਿੱਛੇ ਰਹਿ ਜਾਂਦਾ ਹੈ ਵਿਚਾਰਾ, ਉਹ ਰੋਂਦਾ ਹੁੰਦਾ ਵੀ ਮੈਨੂੰ ਮਾਂ ਕੋਲ ਲੈ ਜਾਓ, ਕਿਉਂਕਿ ਮੋਹ ਬਹੁਤ ਹੁੰਦਾ ਗਾਈਆਂ ਵਿੱਚ ਨਾ। ਕਹਿੰਦੇ ਬੰਧਨ ਕੇ ਬਸ ਕੱਚ ਬਸ ਨਾ ਬਸਾਤ ਹੈ, ਕਹਿੰਦੇ ਬੰਧਨ ਕਰਕੇ ਬੰਨਿਆ ਹੁੰਦਾ ਵਿਚਾਰਾ ਨਹੀਂ ਜਾ ਸਕਦਾ। ਸੋ ਇਸ ਫੋਰਸ ਟੂ ਸਟੇ ਵੇ although he said okay। ਫਿਰ ਜੈਸੇ ਕੋ ਬਿਗਾਰੀ ਚਾਹੇ ਭਵਨ ਗਵਨ ਕੀਓ, ਕਿਵੇਂ ਜਿਵੇਂ ਕੋਈ ਜਿਹੜਾ ਹੈ ਕੋਈ ਬੰਦੇ ਨੂੰ ਕੋਈ ਬੰਦਸ਼ ਬਣਾ ਲਵੇ, ਕਿਤੇ ਡੱਕ ਲਵੇ, ਕਿਤੇ ਉਹਨੂੰ ਨਾ ਜਾਣ ਦੇਵੇ। ਕਹਿੰਦੇ ਭਵਨ ਗਵਨ ਕਿਉਂ, ਉਹਨੂੰ ਘਰ ਨਹੀਂ ਜਾ ਸਕਦਾ, ਉਹ ਡੱਕਿਆ ਰਹਿੰਦਾ। ਜਿਵੇਂ ਯੂ ਆਰ ਔਨ ਓਵਰਸੀਜ਼ ਟ੍ਰਿਪ, ਯੂ ਆਰ ਗੋਇੰਗ ਟੂ ਸਮ ਜੌਬ ਦੇਅਰ, ਯੂ ਕੈਨ ਨੋਟ ਕਮ ਹੋਮ ਆਲਦੋ ਯੂ ਵਾਂਟ ਟੂ ਕਮ ਹੋਮ। ਕਹਿੰਦੇ ਪਰਬਾਸ ਪਰੇ ਚਿਤਵਤ ਹੀ ਬਿਹਾਤ ਹੈ, ਉਹ ਵਿਚਾਰਾ ਫਿਕਰਾਂ ਵਿੱਚ ਟਾਈਮ ਲਗਾ ਦਿੰਦਾ। ਹੀ ਕੁਡਨਟ ਕਮ ਬੈਕ, ਯੂ ਨੋ, ਬਟ ਹੀ ਵਾਂਟਸ ਟੂ ਕਮ ਬੈਕ। ਚਲੋ
ਫਿਰ ਕਹਿੰਦੇ ਜੈਸੇ ਬਿਰਹਣੀ ਪ੍ਰਿਯ ਸੰਗਮ ਸਨੇਹ ਚਾਹੇ, ਕਿਵੇਂ ਜਿਵੇਂ ਕੋਈ ਇਸਤਰੀ ਆਪਣੇ ਪਤੀ ਤੋਂ ਵਿਛੜੀ ਹੋਈ ਵਿਚਾਰੀ ਬਹੁਤ ਦੁਖੀ ਹੈ, ਪਰ ਕਹਿੰਦੇ ਲਾਜ ਕੁਲ ਅੰਕਸ ਕੇ ਦੁਰਬਲ ਗਾਤ ਹੈ, ਕਹਿੰਦੇ ਉਹ ਆਪਣੇ ਪਰਿਵਾਰ ਕਰਕੇ, ਪਰਿਵਾਰ ਦੀ ਇੱਜ਼ਤ ਕਰਕੇ ਨਹੀਂ ਜਾਂਦੇ ਨਾ। 올ਡਨ ਡੇਜ਼ ਕੀ ਹੁੰਦਾ ਸੀਗਾ, ਵਿਆਹ ਹੋ ਜਾਂਦਾ ਸੀਗਾ, ਮਤਲਬ ਛੋਟੀ ਉਮਰ 'ਚ ਤੁਸੀਂ ਸੁਣਿਆ ਹੋਣਾ ਨਾ, ਵਿਆਹ ਹੋ ਜਾਂਦਾ ਇਨ ਯੰਗ ਏਜ, ਪਰ ਉਹਦਾ ਮੁਕਲਾਵਾ ਜਿਹੜਾ ਬਾਅਦ ਵਿੱਚ ਲੈਂਦੇ ਸਨ ਜਦੋਂ ਵੱਡੇ ਹੋ ਜਾਂਦੇ ਸਨ। ਜਿਵੇਂ ਵਿਆਹ ਹੋ ਗਿਆ, 8 ਸਾਲਾਂ ਦਾ ਵਿਆਹ ਹੋ ਗਿਆ, ਦ ਮੁਕਲਾਵਾ ਵਿਲ ਬੀ ਓਨਲੀ ਲਾਈਕ ਵਨਸ ਦ ਬॉय ਐਂਡ ਗਰਲ ਰੀਚ ਦਿਆ 15 years 18 years old, ਉਦੋਂ ਫਿਰ ਮੁਕਲਾਵਾ ਦਿੰਦੇ ਸੀ। ਕਹਿੰਦੇ ਉਦੋਂ ਤੱਕ ਵਿਚਾਰੀ ਚਾਹੁੰਦੀ ਆਪਣੇ ਪਤੀ ਕੋਲ ਜਾਣ, ਪਰ ਨਹੀਂ ਜਾ ਸਕਦੀ, ਕਿਉਂਕਿ ਜਾਂਦੇ ਫਿਰ ਘਰ ਦੀ ਇੱਜ਼ਤ ਦਾ ਸਵਾਲ ਹੁੰਦਾ ਹੈ, ਕਹਿੰਦੇ ਨਹੀਂ ਜਾਂਦੇ। ਹੁਣ ਦੇਖੋ ਲਾਸਟ ਦੀ ਲਾਈਨ ਹੈ, ਤੈਸੇ ਗੁਰ ਚਰਨ ਸਰਨ ਸੁਖ ਜਿਹੜਾ ਹਨ ਚਾਹੇ ਸਿੱਖ, ਮੈਂ ਵੀ ਚਾਹੁੰਦਾ ਹੈ। ਗੁਰਸਿੱਖ ਵਾਸਤੇ ਸਭ ਤੋਂ ਵੱਡੀ ਗੱਲ ਕੀ ਹੈ, ਗੁਰੂ ਦੇ ਚਰਨ। ਉਹ ਗੁਰੂ ਦੇ ਚਰਨ ਚਾਹੁੰਦਾ ਹੈ, ਪਰ ਆਗਿਆ ਬੱਧ ਰਹਿਤ ਵਿਦੇਸ਼ ਅਕੁਲਾਤ ਹੈ, ਕਹਿੰਦੇ ਕਿ ਪਰ ਉਹ ਵਿਦੇਸ਼ ਵਿੱਚ ਰਹਿੰਦਾ ਵਿਚਾਰਾ, ਕਿਉਂਕਿ ਹਜੇ ਗੁਰੂ ਨੇ ਸੱਦਿਆ ਨਹੀਂ, ਗੁਰੂ ਦੇ ਸੱਦੇ ਬਗੈਰ ਤਾਂ ਜਾ ਨਹੀਂ ਸਕਦੇ। ਸੋ ਮਹਾਰਾਜ ਨਿਊ ਅਬਾਊਟ ਦਿਸ। ਤੇ ਗੁਰੂ ਹਰਗੋਬਿੰਦ ਸਾਹਿਬ ਨੇ ਕੀ ਕੀਤਾ, ਭਾਈ ਜੇਤਾ ਨੂੰ ਭੇਜ ਦਿੱਤਾ ਕਾਂਸ਼ੀ ਵਿੱਚ, ਕਹਿੰਦੇ ਭਾਈ ਗੁਰਦਾਸ ਨੂੰ ਲੈ ਕੇ ਆਓ। ਹੁਕਮਨਾਮਾ ਕੀ ਹੋਇਆ ਨਾਓ, ਭਾਈ ਗੁਰਦਾਸ was a Graj Guru, even the king of Kanchi used to matha take to ਭਾਈ ਗੁਰਦਾਸ ਜੀ, that was his position। ਜਦੋਂ ਜਾਂਦਾ ਸੀਗਾ ਹਾਥੀਆਂ ਤੇ ਜਾਂਦਾ ਹੁੰਦਾ ਸੀਗਾ, ਗੱਠ ਦੇ ਨਾਲ ਐਨ ਰਾਜੇ ਦੀ ਠੌਰ ਨਾਲ। ਗੁਰੂ ਮਹਾਰਾਜ ਨੇ ਹੁਕਮ ਲਿਖਿਆ, ਕਹਿੰਦੇ ਭਾਈ ਜੇਤਾ ਨੂੰ ਭੇਜਿਆ, ਕਹਿੰਦੇ ਭਾਈ ਗੁਰਦਾਸ ਨੂੰ ਲੈ ਕੇ ਆਓ, ਉਹਦੇ ਹੱਥ ਪੈਰ ਬੰਨ੍ਹ ਕੇ ਲਿਆਓ ਲਾਈਕ ਅ ਪ੍ਰਿਜ਼ਨਰ। ਦੇਖੋ ਭਾਈ ਗੁਰਦਾਸ ਕੋਲ ਇਹ ਹੁਕਮਨਾਮਾ ਚਲਿਆ ਗਿਆ ਕਾਂਚੀ ਦੇ ਰਾਜੇ ਕੋਲ। ਕਾਂਚੀ ਦਾ ਰਾਜਾ ਕਹਿੰਦਾ ਨਹੀਂ ਨਹੀਂ ਨਹੀਂ, ਇਹ ਤਾਂ ਮੇਰਾ ਗੁਰੂ ਆ, ਮੈਂ ਇਹਨੂੰ ਕਿਵੇਂ ਕਰ ਸਕਦਾ, ਨਹੀਂ ਹੋ ਸਕਦਾ। ਭਾਈ ਗੁਰਦਾਸ ਨੇ ਸੱਦਿਆ, ਕਹਿੰਦੇ ਨਹੀਂ, ਜਿਵੇਂ ਗੁਰੂ ਕਹਿੰਦਾ ਉਵੇਂ ਕਰੋ, ਮੇਰੇ ਹੱਥ ਪੈਰ ਬੰਨ੍ਹ ਲਓ। ਦੇਖੋ ਨਾ, ਹੁਣ ਤੁਹਾਡੀ ਇੱਜ਼ਤ ਬਣੀ ਹੋਵੇ ਕਿਸੇ ਥਾਂ ਤੇ, ਸਡਨਲੀ ਸਮਵਨ ਟਾਈਸ ਯੂ ਅਪ ਇਨ ਫਰੰਟ ਆਫ ਦ ਸੇਮ ਪੀਪਲ ਐਂਡ ਮੇਕ ਯੂ ਵਾਕ, ਵਾਟ ਵਿਲ ਯੂ ਫੀਲ? ਆਪਾਂ ਈਗੋ ਦੀ ਗੱਲ ਕਰਦੇ ਹਾਂ ਇੱਥੇ। ਦੇਖੋ ਈਗੋ ਆਪਣੇ ਵਿੱਚ ਕਿੰਨੀ ਭਰੀ ਹੋਈ ਹੈ, ਵੀ ਕੈਨ ਇਮੇਜਿਨ ਆਪਾਂ ਭਾਈ ਗੁਰਦਾਸ ਦੇ ਥਾਂ ਤੇ ਹੁੰਦੇ ਕੀ ਕਰਦੇ, ਆਪਾਂ ਰਾਜੇ ਨੂੰ ਕਹਿਣਾ ਸੀ ਭਾਈ ਜੇਤਾ ਨੂੰ ਬੰਦ ਕਰੋ, ਜਿਹੜਾ ਹੁਕਮਨਾਮਾ ਲੈ ਕੇ ਆਇਆ, ਮੈਂ ਨਹੀਂ ਜਾਂਦਾ, ਰਾਈਟ? ਦੈਟਸ ਵਾਟ ਯੂ ਵਿਲ ਡੂ, ਬਿਕਾਜ਼ ਯੂ ਵਾਂਟ ਟੂ ਪ੍ਰੋਟੈਕਟ ਯੋਰ ਈਗੋ। ਆਪਾਂ ਤਾਂ ਆਪਣੀ ਈਗੋ ਗਲਤ ਥਾਂ ਤੇ ਵੀ ਖੜੇ ਹੋਈਏ ਤਾਂ ਵੀ ਆਪਾਂ ਆਪਣੀ ਈਗੋ ਨੂੰ ਪ੍ਰੋਟੈਕਟ ਕਰਦੇ ਹਾਂ, ਹੈ ਨਾ। ਦੇਖੋ ਭਾਈ ਗੁਰਦਾਸ ਜੀ ਇਹਨੇ ਕਹਿੰਦੇ ਮੇਰੇ ਹੱਥ ਬੰਨ੍ਹ ਲੈ, ਕੋਈ ਨਹੀਂ, ਜਿਵੇਂ ਗੁਰੂ ਕਹਿੰਦਾ ਉਵੇਂ ਕਰੋ। ਵਿਚਾਰੇ ਦੇ ਹੱਥ ਪੈਰ ਬੰਨ੍ਹ ਕੇ ਰੱਸਾ ਲੈ ਕੇ ਸਾਰੇ ਸ਼ਹਿਰ 'ਚ ਘੁਮਾਇਆ, ਤੇ ਲੋਕਾਂ ਨੂੰ ਕੀ ਕਿਹਾ, ਇਹ ਪ੍ਰਿਜ਼ਨਰ ਹੈ, ਇਹ ਗੁਰੂ ਦਾ ਗੁਨੇਗਾਰ ਹੈ, ਇਹ ਗੁਰੂ ਦਾ ਪ੍ਰਿਜ਼ਨਰ ਹੈ, ਇਹਨੂੰ ਲੈ ਕੇ ਚੱਲਣੇ। ਸੋ ਹੁਣ ਅਕਾਲ ਤਖਤ ਤੇ ਭਾਈ ਗੁਰਦਾਸ ਦੀ ਇਹ ਹਾਲਤ 'ਚ ਪਹੁੰਚਦੇ ਨੇ, ਤੇ ਰਸਤੇ ਦੇ ਵਿੱਚ ਨਾ ਭਾਈ ਗੁਰਦਾਸ ਨੇ ਨਾ ਕਹਿੰਦੇ ਤੁਰੇ ਜਾਂਦੇ ਨੇ, ਉਦੋਂ ਤੱਕ ਨਾ ਭਾਈ ਗੁਰਦਾਸ ਨੇ 556 ਵਾਲਾ ਕਵਿਤ ਲਿਖ ਦਿੱਤਾ ਸੀਗਾ। ਓਕੇ, 675 ਇਜ਼ ਦ ਟੋਟਲ ਆ। ਉਹਨਾਂ ਨੇ 553 ਵਾਲਾ ਸ਼ਲੋਕ ਲਿਖ ਦਿੱਤਾ ਸੀ। ਉਹ ਜਿਹੜਾ ਆਪਣਾ ਕਵਿਤ ਜਿਹੜਾ ਸੀਗਾ, ਉਹਦੇ ਵਿੱਚ ਉਹਨੇ ਲਾਸਟ ਲਾਈਨਾਂ ਲਿਖੀਆਂ, ਸ੍ਰੀ ਗੁਰਦੇਵ ਸਮੇਵ ਸੋ ਸੰਗਤ, ਪੈਰੀ ਪਏ ਭਾਈ ਪੈਰੀ ਪਏ ਹੈ। ਭਾਈ ਗੁਰਦਾਸ ਜੀ ਫਰੋਮ ਕਾਂਸ਼ੀ ਟੂ ਅੰਮ੍ਰਿਤਸਰ ਆਲ ਦ ਵੇ ਪਤਾ ਕੀ ਪੜ੍ਹਦੇ ਆਏ, ਪੈਰੀ ਪਏ ਭਾਈ ਪੈਰੀ ਪਏ ਹੈ, ਪੈਰੀ ਪਏ ਭਾਈ ਪੈਰੀ ਪਏ ਹੈ, ਪੈਰੀ ਪਏ ਭਾਈ ਪੈਰੀ ਪਏ ਹੈ। ਇਹੀ ਸ਼ਬਦ ਪੜ੍ਹਦਾ ਆਇਆ ਭਾਈ ਗੁਰਦਾਸ ਜੀ ਸਾਰੇ ਰਸ, ਆਲ ਦ ਵੇ। ਦੇਖੋ ਕਿੰਨੀ ਨਿਮਰਤਾ ਹੈ। ਫਿਰ ਮਹਾਰਾਜ ਨੇ ਉਹਨਾਂ ਨੂੰ ਗੁੱਸੇ ਹੋਏ, ਕਹਿੰਦੇ ਕਿਉਂ ਕੀ ਕਰਦਾ ਹੈ ਤੂੰ, ਕੀ ਕੀਤਾ ਸੀ ਉੱਥੇ? ਮਹਾਰਾਜ ਜਿਵੇਂ ਆਮ ਬੰਦੇ ਨੂੰ ਬੋਲੀ ਦਾ ਨਾ, ਮਹਾਰਾਜ ਦਾ ਟੈਸਟ ਕੈਸਾ ਹੈ, ਬਹੁਤ ਗੁੱਸੇ ਹੋਏ। ਭਾਈ ਗੁਰਦਾਸ ਜੀ ਨਾ ਜਿਹੜੇ ਸੀਗੇ, ਦੇਖੋ ਉਹਨਾਂ ਦੀ ਨਿਮਰਤਾ ਕੈਸੀ ਹੈ। ਉਹਨਾਂ ਨੇ ਆਪਣੇ ਕਵਿਤ ਜਿਹੜਾ ਹਨ ਅੱਗੇ ਉਹਨਾਂ ਨੇ ਲਿਖਿਆ, ਦੇਖੋ ਉਹਨਾਂ ਨੇ ਆਪਣੇ ਕਵਿਤ ਵਿੱਚ ਲਿਖਿਆ, ਕਹਿੰਦਾ ਜੋ ਗਰਬੇ ਬਹੁ ਬੂੰਦ ਚਿਤਾਂਤਰ, ਕਹਿਣ ਲੱਗੇ ਜਿਵੇਂ ਇੱਕ ਡ੍ਰੌਪ ਆਫ ਵਾਟਰ ਬਹੁਤ ਹੰਕਾਰ ਕਰੇ, ਮੈਂ ਬਹੁਤ ਵੱਡਾ ਹੀ ਹਾਂ, ਸਨਮੁਖ ਸਿੰਧ ਸੋਭ ਨਹੀਂ ਪਾਵੇ। ਉਹ ਡ੍ਰੌਪ ਜਦੋਂ ਸਮੁੰਦਰ ਨੂੰ ਦੇਖਦਾ ਨਾ, ਆਈ ਐਮ ਵੈਰੀ ਸਮਾਲ, ਰਾਈਟ। ਫੇਰ ਕਹਿੰਦੇ ਦੂਜੀ ਗੱਲ, ਜੋ ਬਹੁ ਉੱਡੇ ਖਗਤਾਰ ਮਹਾਬਲ, ਵਾਹ ਚਿੜੀ ਉੱਡਦੀ ਆ, ਵਾਹ ਮੈਂ ਉੱਡ ਸਕਦੀ ਹਾਂ, ਮੈਂ ਉੱਡਦੀ ਹਾਂ। ਪਰ ਕਹਿੰਦੇ ਪੇਕ ਆਕਾਸ਼ ਹਿਰਦੈ ਸੁਖ ਚਾਵੇ, ਕਹਿਣ ਲੱਗੇ ਜਦੋਂ ਆਕਾਸ਼ ਵੱਲ ਦੇਖਦੇ, ਉਹ ਦੈਟਸ ਨੋ ਐਂਡ ਲਾ, ਕਮ ਔਨ ਵੈਨ ਐਮ ਗੋਇੰ ਟੂ ਫਲਾਈ। ਆਕਾਸ਼ ਤਾਂ ਏਡਾ ਵੱਡਾ ਹੈ, ਉਹ ਵਿਚਾਰੀ ਬਹਿ ਜਾਂਦੀ ਚੁੱਪ ਕਰਕੇ, ਯਾਰ ਦੈਟ ਸਮਬਡੀ ਗ੍ਰੇਟਰ ਦੈਨ ਮੀ। ਫਿਰ ਕਹਿੰਦੇ ਜੋ ਬ੍ਰਹਿਮੰਡ ਪ੍ਰਚੰਡ ਬਿਲੋਕਤ ਗੁੱਲਰ ਜੰਤ ਉਡੰਤਲ ਜਾਵੇ, ਕਹਿੰਦੇ ਕੀ ਹੁੰਦਾ ਹੈ ਗੁੱਲਰ, ਪਤਾ ਫਿਗ ਫਰੂਟ ਜਿਹੜਾ ਹੁੰਦਾ ਹੈ, ਉਹ ਫਿਗ ਫਰੂਟ ਦੇ ਵਿੱਚ ਬਹੁਤ ਕੁਝ ਹੁੰਦਾ ਹੈ, ਤਾਂ ਹੀ ਲੋਕਾਂ ਨੇ 7 ਪਤਾਲ 7 ਆਕਾਸ਼ ਇੱਕ ਗੁੱਲਰ 'ਚ ਮੰਨੇ ਆ, ਸੋ ਕਹਿੰਦੇ ਉਹ ਗੁੱਲਰ ਜਿਹੜਾ ਹੁੰਦਾ, ਤੁਸੀਂ ਦੇਖਿਆ ਨਾ ਫਿਗ ਫਰੂਟ ਦੇਖਿਆ ਨਾ, ਆਵੇਂ ਹੈ। ਕਹਿੰਦੇ ਇਹਦੇ ਵਿੱਚ ਕੀ ਹੁੰਦਾ ਨਾ, ਬੀ ਆਉਂਦਾ ਹੈ ਪੋਲਨ ਲੈ ਕੇ, ਉਹ ਵਿੱਚ ਆਪਣੀ ਚੁੰਝ ਪਾ ਦਿੰਦਾ ਹੈ, ਫਿਰ ਕੀ ਹੁੰਦਾ, ਉਹ ਅੰਡੇ ਦੇ ਜਾਂਦਾ ਹੈ, ਉਹਦੇ ਵਿੱਚ ਅੰਡੇ ਚਲੇ ਜਾਂਦੇ ਨੇ। ਕੀ ਹੁੰਦਾ ਹੈ, ਇਹ ਫਰੂਟ ਜਿਹੜਾ ਹੈ ਨਾ, ਇਹ ਆਪੋਜ਼ਿਟ ਹੈ, ਬਾਹਰੋਂ ਅੰਦਰੋਂ ਬਣ ਕੇ ਬਾਹਰ ਨੂੰ ਆਉਂਦਾ ਹੈ, ਚਲੋ ਤੁਸੀਂ ਰਿਸਰਚ ਕਰ ਲਿਓ, ਫਿਗ ਫਰੂਟ ਦਾ ਵੈਰੀ ਇੰਟਰਸਟਿੰਗ ਹੈ। ਸੋ ਉਹ ਆਪਣੇ ਅੰਡੇ ਵਿੱਚ ਛੱਡ ਜਾਂਦਾ ਹੈ, ਉਹ ਫਿਰ ਜਾ ਕੇ ਮਰ ਜਾਂਦਾ ਹੈ,
ਬਿਕਾਜ਼ ਉਹ ਨਹੀਂ ਰਹਿੰਦਾ। ਫਿਰ ਉਹਦੇ ਅੰਡੇ ਜਿਹੜੇ ਵੱਡੇ ਹੁੰਦੇ ਨੇ, ਹੁਣ ਉਹ ਜਿਹੜੇ ਬੀ ਅੰਦਰ ਬਣਦੇ ਆ ਨਾ ਫਰੂਟ ਦੇ ਵਿੱਚ, ਉਹ ਸੋਚਦੇ ਆ ਵਾਹ ਦਿਸ ਇਜ਼ ਮਾਈ ਵਰਲਡ, ਵਾਹ, ਉਹ ਕੌਂਕਰ ਕਰਦਾ, ਹਰ ਪਾਸੇ ਜਾਂਦਾ ਉਹ ਫਰੂਟ ਦੇ, ਉਹ ਖੁਸ਼ ਹੋ ਜਾਂਦਾ, ਵਾਹ ਇਹੀ ਮੇਰੀ ਵਰਲਡ ਹੈ। ਪਰ ਜਦੋਂ ਉਹ ਫਰੂਟ ਤੋਂ ਬਾਹਰ ਆਉਂਦਾ ਨਾ, ਵਾਹ ਇਹ ਤਾਂ ਹੋਰੇ ਵਰਲਡ ਆ ਹੋ ਜੀ। ਸੋ ਹੀ ਗੈਟਸ ਅ ਸ਼ੌਕ, ਕਹਿੰਦਾ ਵਾਹ ਮੈਂ ਤਾਂ ਅਜੇ ਬਹੁਤ ਛੋਟਾ, ਮੈਂ ਤਾਂ ਕੌਂਕਰ ਹੀ ਨਹੀਂ ਕੁਛ ਵੀ ਕੀਤਾ ਹਜੇ। ਓਕੇ, ਸੋ ਫਿਰ ਕਹਿੰਦੇ ਤੂੰ ਕਰਤਾ ਹਮ ਕੀਏ ਤਿਹਾਰੇ, ਤੋ ਪਹਿ ਬੋਲਨ ਕਿਉਂ ਬਣ ਆਵੇ। ਗੁਰੂ ਹਰਗੋਬਿੰਦ ਸਾਹਿਬ ਗੁੱਸੇ ਹੋ ਰਹੇ ਨੇ। ਭਾਈ ਗੁਰਦਾਸ ਨੇ ਇਹ ਪੜ੍ਹਤਾ, ਮੈਂ ਨਹੀਂ ਬੋਲ ਸਕਦਾ। ਜਿਵੇਂ ਇੱਕ ਬੂੰਦ ਨਹੀਂ ਬੋਲ ਸਕਦੀ, ਕਹਿੰਦੇ ਜਿਵੇਂ ਇੱਕ ਚਿੜੀ ਜਿਹੜੀ ਆਕਾਸ਼ ਨੂੰ ਦੇਖ ਕੇ ਚੁੱਪ ਕਰ ਜਾਂਦੇ, ਇੱਕ ਗੁੱਲਰ ਵਿੱਚ ਬੈਠਾ ਜੰਤ ਵਿਚਾਰਾ ਆਕਾਸ਼ ਨੂੰ ਦੇਖ ਕੇ ਚੁੱਪ, ਮੈਂ ਕੀ ਬੋਲਾਂ, ਆਈ ਕੈਨ ਨੋਟ ਸਪੀਕ। ਸੋ ਉੱਥੇ ਜਿਹੜਾ ਹੈ ਭਾਈ ਗੁਰਦਾਸ ਨੇ ਇਹ ਕਿਹਾ। ਫਿਰ ਦੇਖੋ ਨਾ, ਮਹਾਰਾਜ ਨੇ ਉਸ ਵੇਲੇ ਭਾਈ ਗੁਰਦਾਸ ਨੂੰ ਕਿਹਾ, ਕਹਿੰਦੇ ਭਾਈ ਗੁਰਦਾਸ ਦੱਸ ਫਿਰ ਕੀ ਹੋਇਆ। ਉਹਨਾਂ ਨੇ ਨੈਕਸਟ ਕਵਿਤ ਉਚਾਰਨ ਕੀਤਾ, ਕਹਿੰਦੇ ਤੋਸੋ ਨਾ ਨਾਥ ਅਨਾਥ ਨਾ ਮੋਸਰ, ਤੇਰੇ ਵਰਗਾ ਸਵਾਮੀ ਕੋਈ ਨਹੀਂ, ਮੇਰੇ ਵਰਗਾ ਗਰੀਬ ਕੋਈ ਨਹੀਂ। ਕਹਿੰਦੇ ਤੈਸੋ ਨਾ ਦਾਨੀ, ਤੇਰੇ ਵਰਗਾ ਦਾਨੀ ਕੋਈ ਨਹੀਂ ਹੈਗਾ, ਨਾ ਮੋਸੋ ਭਿਖਾਰੀ, ਮੇਰੇ ਵਰਗਾ ਭਿਖਾਰੀ ਕੋਈ ਨਹੀਂ ਹੈਗਾ। ਦੈਟਸ ਨੋ ਬੈਗਰ ਲਾਈਕ ਮੀ। ਸੋ ਫਿਰ ਸਮੋਸੋ ਨਾ ਦੀਨ, ਮੇਰੇ ਵਰਗਾ ਦੀਨ ਜਿਹੜਾ ਕਮਜ਼ੋਰ, ਕਹਿੰਦੇ ਦਿਆਲ ਨਾ ਤੁਮ ਸੋ, ਤੇਰੇ ਵਰਗਾ ਦਿਆਲੂ ਕੋਈ ਨਹੀਂ ਹੈਗਾ। ਤੇ ਕਹਿੰਦਾ ਤੁਮੋਸੋ ਅਗਿਆਨ, ਮੇਰੇ ਵਰਗਾ ਇਗਨੋਰੈਂਟ, ਨਾ ਤੋਸੋ ਵਿਚਾਰੀ, ਤੇਰੇ ਵਰਗਾ ਗਿਆਨਵਾਨ ਕੋਈ ਨਹੀਂ। ਕਹਿੰਦਾ ਮੋਸੋ ਨਾ ਪਤਤ, ਮੇਰੇ ਵਰਗਾ ਪਾਪੀ ਕੋਈ ਨਹੀਂ ਹੈਗਾ, ਨਾ ਪਾਵਨ ਤੋਸਰ, ਕਹਿੰਦੇ ਤੇਰੇ ਵਰਗਾ ਪਾਵਨ, ਤੇਰੇ ਵਰਗਾ ਪਵਿੱਤਰ ਕੋਈ ਨਹੀਂ ਹੈਗਾ। ਮੋਸੋ ਵਿਕਾਰੀ, ਮੈਂ ਵਿਸ਼ੇ ਵਿਕਾਰ ਕਰਨ ਵਾਲਾ, ਨਾ ਤੇ ਤੋਸੋ ਉਪਕਾਰੀ, ਮੈਨੂੰ ਬਚਾਉਣ ਵਾਲਾ ਤੂੰ ਵੱਡਾ ਹੈ। ਭਾਈ ਗੁਰਦਾਸ ਨੇ ਕਿਹਾ ਮੇਰੇ ਹੈ ਔਗਣ ਤੂੰ ਗੁਣ ਸਾਗਰ, ਮੇਰੇ ਵਿੱਚ ਕਿੰਨੇ ਹੀ ਔਗਣ ਨੇ, ਪਰ ਤੂੰ ਗੁਣਾ ਦਾ ਸਾਗਰ ਆ। ਯੂ ਆਰ ਦ ਸੀ ਆਫ ਆਲ ਵਰਚੂਸ। ਕਹਿੰਦੇ ਜਾਤ ਰਸਾਤਲ ਓਟ ਤੁਹਾਰੀ, ਮੈਂ ਤਾਂ ਨਰਕਾਂ ਨੂੰ ਹੀ ਜਾਣਾ, ਮਹਾਰਾਜ ਬਚਾ ਲਿਓ। ਦੇਖੋ ਇਹ ਆ ਸਿੱਖੀ, ਆਪਾਂ ਕਹਿੰਦੇ ਆ ਨਾ ਜਿਹੜੀ ਚਰਨਾਂ ਵਾਲੀ ਸਿੱਖੀ ਹੈ ਨਾ, ਇਹ ਚੀਜ਼ ਹੈ। ਸੋ ਉੱਥੇ ਜਿਹੜਾ ਹਨ ਗੁਰੂ ਹਰਗੋਬਿੰਦ ਸਾਹਿਬ ਨੇ ਗੁਰਬਿਲਾਸ ਵਿੱਚ ਲਿਖਿਆ ਹੈ, ਮਹਾਰਾਜ ਨੇ ਇਹ ਸਾਰਾ ਸੁਣ ਕੇ ਨਾ ਭਾਈ ਗੁਰਦਾਸ ਨੇ ਉੱਠ ਕੇ ਆਪਣੀ ਜੱਫੀ ਵਿੱਚ ਲਿਆ। ਤੇ ਫਿਰ ਕਹਿੰਦੇ ਭਾਈ ਸਮ ਨਹਿ ਸਿੱਖ ਔਰ ਮਮ ਭਾਇਓ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਮੈਨੂੰ ਭਾਈ ਗੁਰਦਾਸ ਵਰਗਾ ਪਿਆਰਾ ਸਿੱਖ ਕੋਈ ਨਹੀਂ, ਇਹ ਮੈਨੂੰ ਸਭ ਤੋਂ ਪਿਆਰਾ ਹੈ। ਤੇ ਫਿਰ ਭਾਈ ਗੁਰਦਾਸ ਨੇ ਅਗਲੀਆਂ ਜਿਹੜੀਆਂ ਨਾ ਉਹ ਵਾਰ ਦੀ ਜਿਹੜੀ 20th ਪੌੜੀ ਆਪਾਂ ਪਹਿਲਾਂ ਸੁਣੀ ਹੈ, ਜਿਹੜਾ ਜੇ ਗੁਰੂ ਸੰਗ ਵਰਤਾਉਂਦਾ ਹੈ ਨਾ, ਹੁਣ ਉਹ ਤੋਂ ਬਾਅਦ ਜਿਹੜੀ 21 ਵਾਲੀ ਹੈ ਨਾ, ਉਹਦਾ ਅਖੀਰਲਾ ਲਿਖਿਆ ਸੰਗੇ ਅੰਦਰ ਸਭ ਤੇ ਸੇ ਵਿਰਲੇ ਬੰਦੇ, ਜਿਹੜੇ ਗੁਰੂ ਦਾ ਟੈਸਟ ਪਾਸ ਹੋ ਜਾਂਦੇ ਨਾ, ਦੇ ਆਰ ਵੈਰੀ ਰੇਅਰ। ਅਗਲੀ ਪੌੜੀ ਦੇ ਅਖੀਰ ਤੇ ਲਿਖਦੇ ਹਨ, ਜੇ ਗੁਰ ਪਰਮਾਹੇ ਸੰਗ ਕਰ ਕਿਆ ਸਿੱਖ ਬੇਚਾਰਾ। ਜੇ ਗੁਰੂ ਫਿਰ ਵੀ ਟੈਸਟ ਲਵੇ, then we cannot win the Guru, we can never win, because ਗੁਰੂ ਮਹਾਰਾਜ ਇਹਦਾ ਟੈਸਟ ਲੈਂਦੇ ਨਾ, ਬੰਦਾ ਟੁੱਟ ਜਾਂਦਾ। ਉਹ ਤਾਂ ਜਿਹਨੂੰ ਗੁਰੂ ਬਚਾਵੇ ਉਹ ਬਚ ਜਾਂਦਾ ਹੈ। ਹਾਂਜੀ, ਸੋ ਇਹ ਜਿਹੜਾ ਹੈ ਐਸਾ ਹੈ ਮਹਾਰਾਜ ਦੇ ਚਰਨਾਂ ਦਾ ਪ੍ਰਤਾਪ। ਹੁਣ ਇੱਕ ਹੋਰ ਹੈ, ਹੁਣ ਦੇਖੋ ਚਰਨ ਕਮਲ ਗੁਰਦੇਵ ਕੇ ਦੁੱਖਣ ਤੇ ਸੁਖ ਦੇਤ। ਕਹਿੰਦੇ ਗੁਰੂ ਦੇ ਚਰਨ ਕਿਹੜੇ ਨੇ? ਹੁਣ ਇਹਨਾਂ ਨੂੰ ਲਿਖਣ ਵਾਲਾ ਕੌਣ ਹੈ? ਭਾਈ ਸਾਧੂ ਜੀ। ਇਹਨਾਂ ਨੂੰ ਭਾਈ ਸਾਧੂ ਜਨ ਕਰਕੇ ਇਹ ਆਪਣਾ ਨਾਂ ਲਿਖਦੇ ਨੇ। ਇਹ ਪਤਾ ਕੌਣ ਸੀ? ਬੀਬੀ ਵੀਰੋ ਦੇ ਪਤੀ, ਜੋ ਗੁਰੂ ਹਰਗੋਬਿੰਦ ਸਾਹਿਬ ਦੇ ਸਨ ਇਨ ਲਾਅ ਸੀਗੇ, ਬਹੁਤ ਵੱਡੇ ਪੋਇਟ ਸੀਗੇ। ਇਹਨਾਂ ਨੇ ਬਹੁਤ ਪੋਇਟਰੀਆਂ ਲਿਖੀਆਂ ਗੁਰੂ ਦੇ ਜਸ ਵਿੱਚ। ਇਹ ਲਿਖਦੇ ਆ ਨਾ, ਕਹਿੰਦੇ ਚਰਨ ਕਮਲ ਗੁਰਦੇਵ ਕੇ, ਕਹਿੰਦੇ ਕਿ ਦੇਖੋ ਚਰਨ ਕਮਲ ਵਰਗੇ ਗੁਰੂ ਦੇਵ, ਗੁਰੂ ਪੂਜਨ ਜੋ ਗੁਰੂ ਹਰਗੋਬਿੰਦ ਸਾਹਿਬ ਦੇ, ਕਹਿੰਦੇ ਦੁੱਖਣ ਤੇ ਸੁਖ ਪਾਏ। ਉਹ ਦੁੱਖ ਲੈ ਲੈਂਦੇ ਨੇ, ਸੁੱਖ ਦੇ ਦਿੰਦੇ ਨੇ। ਸਾਰੇ ਆਪਣੇ ਦੁੱਖ ਲੈ ਕੇ ਗੁਰੂ ਸਾਰੇ ਸੁੱਖ ਦੇ ਦਿੰਦਾ ਹੈ। ਸਾਧੂ ਜਨ ਮਨ ਭਵਰਤ ਹੈ, ਕਹਿਣ ਲੱਗੇ ਮੈਂ ਇੱਕ ਬੀ ਬਣ ਕੇ, ਆਈ ਸ਼ੁੱਡ ਬੀ ਅ ਬੀ ਇਨ ਹਿਸ ਫੀਟ। ਵਾਈ? ਕਹਿੰਦੇ ਰਸਕ ਰਸਕ ਰਸ ਲੇਤ, ਮੈਂ ਹਮੇਸ਼ਾ ਗੁਰੂ ਦੇ ਚਰਨਾਂ ਵਿੱਚ ਰਵਾਂ। ਆਈ ਸ਼ੁੱਡ ਸਟੇ ਇਨ ਗੁਰੂਸ ਫੀਟ, ਬਿਕਾਜ਼ ਉੱਥੋਂ ਮੈਨੂੰ ਰਸ ਮਿਲਣਾ ਹੈ, ਮੈਂ ਉੱਥੋਂ ਰਸ ਲੈ ਕੇ ਮਗਨ ਹੁੰਦਾ ਰਿਹਾ। ਸੀ ਦਿਸ ਇਜ਼ ਵਾਟ ਅਵਸਥਾ ਦੈਟ ਵੀ ਸ਼ੁੱਡ ਬੀ ਅਚੀਵਿੰਗ ਇਨ ਆਵਰ ਲਾਈਫ। ਤੇ ਦੇ ਹੁਣ ਆਪਾਂ ਉਹ ਪੁਆਇੰਟ ਤੇ ਆਈਏ, ਜੇ ਕੋਈ ਕਵੇ ਚਰਨਾਂ ਦੀ ਲੋੜ ਨਹੀਂ, ਵੀ ਡੋਂਟ ਹੈਵ ਟੂ ਗੋ ਟੂ ਦ ਫੀਟ, ਵਾਈ ਵਾਂਟ ਮੱਥਾ ਟੇਕਣਾ ਇਜ਼ ਨਾਟ ਇੰਪੋਰਟੈਂਟ, ਦਿਸ ਇਜ਼ ਨਾਟ ਲੌਜੀਕਲ, ਦਿਸ ਇਜ਼ ਦੈਟ, ਓਕੇ। ਉਹਦੇ ਵਾਸਤੇ ਜਵਾਬ ਕੀ ਆ? ਗੁਰ ਦੇਖੋ, ਇਹ ਗੁਰੂ ਗੋਬਿੰਦ ਸਿੰਘ ਦਾ ਬਚਨ ਹੈ ਸ੍ਰੀ ਦਸਮ ਗ੍ਰੰਥ ਦੇ ਵਿੱਚ। ਮਹਾਰਾਜ ਲਿਖਦੇ, ਗੁਰ ਭਗਤੇ ਜੇ ਬੇਮੁਖ ਸਿਧਾਰੇ। ਕਹਿੰਦੇ ਜਿਹੜੇ ਗੁਰੂ ਦੇ ਚਰਨਾਂ ਤੋਂ ਬੇਮੁਖ ਹੋ ਜਾਂਦੇ ਨੇ, ਨਹੀਂ ਮੱਥਾ ਟੇਕਦੇ, ਨਹੀਂ ਭਾਵਨਾ ਰੱਖਦੇ ਗੁਰੂ ਚਰਨਾਂ 'ਚ, ਇਹਾਂ ਉਹਾਂ ਤਿਨਕੇ ਮੁਖ ਕਾਰੇ, ਉਹਨਾਂ ਦੇ ਮੂੰਹ ਕਾਲੇ ਨੇ। ਇੱਥੇ ਵੀ ਕਾਲੇ ਨੇ, ਅਗਲੀ ਦੁਨੀਆ 'ਚ ਵੀ ਕਾਲੇ ਨੇ। ਦੈਟ ਮੀਨਸ ਉਹਨਾਂ ਦੀ ਕੋਈ ਇੱਜ਼ਤ ਨਹੀਂ, ਇੱਥੇ ਵੀ ਨਹੀਂ, ਅਗਲੀ ਦੁਨੀਆ ਵਿੱਚ ਵੀ ਨਹੀਂ ਹੈਗੀ। ਉਹਨਾਂ ਦੇ ਮੂੰਹ ਹੀ ਕਾਲੇ ਨੇ ਜਿਹੜੇ ਗੁਰੂ ਦੇ ਚਰਨਾਂ ਤੋਂ ਦੂਰ ਨੇ। ਸੋ ਇਸੇ ਪ੍ਰਕਾਰ ਕਰਕੇ ਹੁਣ ਇੱਥੇ ਆਪਾਂ ਸਮਰੀ ਕਰ ਲਈਏ।
ਕਨਕਲੂਜਨ ਕਰੀਏ ਕਿ ਮਹਾਰਾਜ ਦੇ ਜਿਹੜੇ ਚਰਨ ਨੇ ਇਹ ਨਿਮਰਤਾ ਦਾ ਪ੍ਰਤੀਕ ਹੈ। ਜਿੱਥੇ ਨਿਮਰਤਾ ਆ ਗਈ ਉੱਥੇ ਹਉਮੈ ਚਲੀ ਜਾਂਦੀ ਹੈ ਤੇ ਗੁਰੂ ਮਹਾਰਾਜ ਨੇ ਚਰਨਾਂ ਨੂੰ ਇੰਨਾ ਇੰਪੋਰਟੈਂਸ ਦਿੱਤਾ ਹੈ ਤੇ ਮਹਾਰਾਜ ਕਹਿੰਦੇ ਹਨ ਐਸੀ ਕਿਰਪਾ ਮੋਹੇ ਕਰੋ ਸੰਤੈ ਚਰਨ ਹਮਾਰੋ ਮਾਥਾ ਨੈਣ ਦਰਸ ਤਨ ਧੂਰ ਧਰੋ ਰਹਾਓ। ਦੇਖੋ ਇਹ ਮਹਾਰਾਜ ਦੇ ਬਚਨ ਨੇ। ਦੇਖੋ ਮਹਾਰਾਜ ਕਹਿੰਦੇ ਮੇਰਾ ਮੱਥਾ ਹੋਵੇ ਸੰਤਾਂ ਦੇ ਚਰਨ ਹੋਣ। ਇਹੀ ਮਹਾਰਾਜ ਕਹਿੰਦੇ ਮੈਂ ਮੰਗਦਾ ਹਾਂ ਪਰਮਾਤਮਾ ਤੋਂ। ਇਸ ਕਰਕੇ ਆਪਣਾ ਹੰਕਾਰ ਤੋੜਨ ਵਾਸਤੇ ਤੇ ਗੁਰੂ ਮਹਾਰਾਜ ਨੂੰ ਵੱਡਾ ਜਾਣ ਕੇ ਆਪਣੇ ਆਪ ਨੂੰ ਛੋਟਾ ਕਰਕੇ ਫਿਰ ਗੁਰੂ ਦਾ ਹੁਕਮ ਸਮਝ ਪੈਂਦਾ ਹੈ ਵੀ ਗੁਰੂ ਦਾ ਹੁਕਮ ਕੀ ਹੈ। ਦੇਖੋ ਨਾਓ ਦ ਲਾਅ ਆਲਸੋ ਹੈਜ਼ ਹੁਕਮ ਬਟ ਵੀ ਆਰ ਓਬੇਇੰਗ ਟੂ ਇਟ। ਵਾਈ? ਬਿਕਾਜ਼ ਯੂ ਵਿਲ ਬੀ ਪਨਿਸ਼ਡ। There will be people who will take you to the jail, to the prison. They force you, they enforce the law for you to obey the law. ਇੱਥੇ ਵੀ ਇੱਕ ਪਰਮਾਤਮਾ ਦਾ ਹੁਕਮ ਹੈ which we conveniently we say no, I don't need it, I can do this, I can do that. No, why? Because he's Dayal, he's so merciful, but the country's law is not merciful. They will throw you in the jail and punish you if you are wrong or not wrong, convicted or not convicted. ਉਹ ਤਾਂ ਪਾ ਦਿੰਦੇ ਆ ਬੰਦੇ ਨੂੰ ਜੇਲ੍ਹ 'ਚ। ਗੁਰੂ ਤਾਂ ਫਿਰ ਵੀ ਦਿਆਲ ਹੈ ਨਾ। ਇਸ ਕਰਕੇ ਮਹਾਰਾਜ ਸੇਠ ਪਰਮਾਤਮਾ ਦੇ ਚਰਨਾਂ ਵੱਲ ਦੇਖੋ, ਗੁਰੂ ਮਹਾਰਾਜ ਚਰਨਾਂ ਵੱਲ ਦੇਖੋ ਵੀ so merciful to you. You do wrong, still he let you go. He let you, he gives you time to learn, he gives you time to come back to him, to realize, he gives you all the knowledge, all the ਜਿਹੜਾ ਹਨ benefit of the doubt, everything he gives to you. ਹੋਰ ਕੀ ਚਾਹੀਦਾ ਹੈ? ਤੇ ਕਹਿੰਦੇ ਦੇਖੋ ਇਹੀ ਗੱਲ ਹੈ ਵੀ ਗੁਰੂ ਦੇ ਚਰਨਾਂ ਤੋਂ ਆਪਾਂ ਨੂੰ ਦੂਰ ਨਹੀਂ ਹੋਣਾ ਚਾਹੀਦਾ। ਤੇ ਜਿਹੜਾ ਹੈ ਫਿਰ ਭਾਈ ਲਹਿਣੇ ਦੀ ਸਾਖੀ ਇੱਥੇ ਆਉਂਦੀ ਹੈ। ਭਾਈ ਲਹਿਣੇ ਦੀ ਸਾਖੀ ਤੋਂ ਇੱਕੋ ਗੱਲ ਜਿਹੜਾ ਆਪਾਂ ਸਿੱਖਣੀ ਹੈ ਅੱਜ ਦੇ ਲੈਸਨ ਦੇ ਵਿੱਚ, ਐਪੀਸੋਡ ਦੇ ਵਿੱਚ। ਗੁਰੂ ਮਹਾਰਾਜ ਦੇ ਚਰਨਾਂ ਤੇ ਭਾਈ ਲਹਿਣਾ ਜੀ ਆਏ। ਭਾਈ ਲਹਿਣੇ ਨੇ ਆਪਣਾ ਸਿਰ ਰੱਖਿਆ, ਇਹਨੇ ਮੋੜ ਕੇ ਨਹੀਂ ਚੱਕਿਆ। ਹੀ ਨੈਵਰ ਐਵਰ ਰੇਸ ਹਿਸ ਹੈਡ ਅਗੇਨ ਫਰਮ ਗੁਰੂ ਮਹਾਰਾਜ ਦੀ ਚਰਨ। ਇੱਕ ਵਾਰੀ ਰੱਖ ਦਿੱਤਾ ਸੋ ਰੱਖ ਦਿੱਤਾ। ਜੋ ਗੁਰੂ ਨੇ ਹੁਕਮ ਕੀਤਾ ਦੈਟ ਵਾਸ ਦ ਹੁਕਮ ਫॉर ਭਾਈ ਲਹਿਣਾ ਜੀ। ਕੁਛ ਵੀ ਹੋਵੇ ਉਹਨਾਂ ਨੇ ਸਭ ਕੁਝ ਕੀਤਾ। ਜਸਟ ਇਮੇਜਿਨ ਗੁਰੂ ਮਹਾਰਾਜ ਦੇ ਹੱਥ ਵਿੱਚ ਕਟੋਰਾ ਹੈ, ਸਾਰੇ ਪਿੰਡ ਦਾ ਗੰਦ ਇੱਕ ਚੁਬੱਚੇ ਵਿੱਚ ਆਉਂਦਾ ਸੀ, ਇੱਕ ਪੌਂਡ ਦੇ ਵਿੱਚ ਆਉਂਦਾ ਸੀ, ਸਾਰਾ ਪਿੰਡ ਦਾ ਗੰਦ, ਦ ਵੇਸਟ, ਸਾਰਾ ਵੇਸਟ ਇਕੱਠਾ ਹੁੰਦਾ ਸੀ ਉੱਥੇ। ਗੰਦਗੀ ਕਾਲੇ ਰੰਗ ਦਾ ਗਾਰਾ ਸੀਗਾ। ਮਹਾਰਾਜ ਨੇ ਆਪਣਾ ਕੋਲਾ ਛੱਡ ਦਿੱਤਾ। ਬਾਬਾ ਸ੍ਰੀ ਚੰਦ ਬਾਬਾ ਲਖਮੀ ਦਾਸ ਨੂੰ ਕਿਹਾ ਚੱਕ ਲਿਆਓ, ਨਹੀਂ ਚੱਕਿਆ। ਉਹਨਾਂ ਨੇ ਕਹਿੰਦੇ ਕੀ ਲੋੜ ਆ ਸਾਨੂੰ ਉੱਥੇ ਜਾਣ ਦੀ। ਭਾਈ ਲਹਿਣੇ ਵੱਲ ਦੇਖਿਆ ਹੀ ਆ, ਛਾਲ ਮਾਰ। ਕਹਿੰਦੇ ਭਾਈ ਲਹਿਣੇ ਦਾ ਮੂੰਹ ਵੀ ਕਾਲਾ ਹੋ ਗਿਆ ਸੀ, ਸਾਰਾ ਜਿਹੜਾ ਸਰੀਰ ਜਿਹੜਾ ਸਾਰਾ ਗੰਦਗੀ ਨਾਲ ਭਰ ਗਿਆ ਸੀ, ਪਰ ਹੁਕਮ ਨਹੀਂ ਮੋੜਿਆ। ਕਹਿੰਦੇ ਗੁਰੂ ਮਹਾਰਾਜ ਨੇ ਸਿਦਕ ਦੇਖਿਆ ਨਾ। ਗੁਰੂ ਮਹਾਰਾਜ ਨੇ ਦੇਖੋ ਫਿਰ ਇੰਨਾ ਟੈਸਟ ਲੈ ਕੇ ਫਿਰ ਗੁਰੂ ਮਹਾਰਾਜ ਨੇ ਆਪ ਮੱਥਾ ਟੇਕਿਆ ਭਾਈ ਲਹਿਣੇ। ਸੋ ਦੇਖੋ ਆਪਾਂ ਇਹੀ ਸਾਖੀ ਹੋਰ ਪਰਸਪੈਕਟਿਵ ਤੋਂ ਆਪਾਂ ਬਾਕੀ ਦੇ ਐਪੀਸੋਡ ਦੇ ਵਿੱਚ ਇਹਨੂੰ ਐਗਜ਼ਾਮਿਨ ਕਰਾਂਗੇ। ਦੇਖਾਂਗੇ ਵੀ ਭਾਈ ਲਹਿਣੇ ਵਿੱਚ ਉਹ ਕਿਹੜੀ ਚੀਜ਼ ਸੀਗੀ ਜਿਹੜੀ ਗੁਰੂ ਨਾਨਕ ਨੇ ਉਹਨਾਂ ਨੂੰ ਮੱਥਾ ਟੇਕਿਆ। ਵਾਟ ਵਾਜ਼ ਇਟ? ਜਿਹੜਾ ਹਨ ਉਸ ਵੇਲੇ ਬਾਬਾ ਬੁੱਢਾ ਜੀ ਵੀ ਸੀਗੇ ਉੱਥੇ, ਬਾਬਾ ਸ੍ਰੀ ਚੰਦ, ਬਾਬਾ ਲਖਮੀ ਦਾਸ, ਭਾਈ ਮਨਸੁਖ ਜੀ, ਭਾਈ ਭਗੀਰ ਜੀ, ਕਿੰਨੇ ਵੱਡੇ ਵੱਡੇ ਸਿੱਖ ਸੀਗੇ। ਵਾਈ ਭਾਈ ਲਹਿਣਾ ਜੀ। ਓਕੇ, ਸੋ ਉੱਥੇ ਆਪਾਂ ਫਿਰ ਕਰਾਂਗੇ। ਅਖੀਰਲੀ ਗੱਲ ਕੀ ਹੈ? ਦ ਮੋਸਟ ਐਂਡ ਫੋਰਮੋਸਟ ਜਿਹੜੀ ਹੈ ਗੱਲ ਕੀ ਹੈ? ਗੁਰਸਿੱਖੀ ਦਾ ਕਰਮ ਇਹੋ। ਗੁਰਸਿੱਖੀ ਦਾ ਕਰਮ ਕੀ ਹੈ? ਭਾਈ ਗੁਰਦਾਸ ਦੱਸ ਰਹੇ ਨੇ ਗੁਰਸਿੱਖੀ ਦਾ ਕਰਮ ਇਹੋ, ਗੁਰ ਫਰਮਾਏ ਗੁਰਸਿੱਖ ਕਰਨਾ। ਜੋ ਗੁਰੂ ਕਹਿੰਦਾ ਹੈ ਸਿੱਖ ਨੂੰ ਕਰਨਾ ਚਾਹੀਦਾ ਹੈ। ਦੈਟਸ ਆਲ ਗੁਰਸਿੱਖੀ ਦਾ ਕਰਮ ਹੈ। ਵਾਟ ਐਵਰ ਦ ਗੁਰੂ ਆਸਕ ਯੂ ਟੂ ਡੂ, ਜਸਟ ਡੂ ਦੈਟ। ਬਸ ਇਹੀ ਕਰਮ ਹੈ ਗੁਰਸਿੱਖੀ ਦਾ। ਗੁਰ ਕਿਰਪਾ, ਗੁਰ ਸਿੱਖ, ਗੁਰ ਸ਼ਰਨ। ਗੁਰੂ ਦੀ ਕਿਰਪਾ ਨਾਲ ਆਪਾਂ ਉਹਦੀ ਸ਼ਰਨ ਵਿੱਚ ਜਾ ਸਕਦੇ ਹਾਂ, ਜਿਹਦੇ ਤੇ ਗੁਰੂ ਜੀ ਕਿਰਪਾ ਕਰਦੇ। Now, you see, after listening to the whole episode today, the things will come to your mind. Do I need the Guru in my life? Then I will ask you another question for this. Are you fully happy with your life? Are you satisfied with your life? Are you contented with your life? Then you have to answer me this. ਜੇ ਤੁਸੀਂ ਚਾਹੁੰਦੇ ਆ ਨਾ ਤੁਹਾਡੇ ਸਾਰੇ ਦੁੱਖ ਖਤਮ ਹੋ ਜਾਣ, ਤੁਹਾਨੂੰ ਖੁਸ਼ੀਆਂ ਮਿਲ ਜਾਣ, ਤੁਹਾਨੂੰ ਖੇੜੇ ਮਿਲ ਜਾਣ, so that you can laugh every second, every breath of your life, you can be in bliss. This is the path that you have to do. And if you don't do it today, say in this lifetime you decided not to do, then you have to come back again after going through all your karam. You have to go to different birth cycle. You have to go through the cycle, and I don't know when Maharaj is going to put kirpa on you.
we are going to get this body again, then we come back again. And when you come back again also, will you get a guru like Guru Nanak? That's another question. एक कुछ मिलेगा, opportunity थोड़ा मिलेगी नहीं ना? So don't waste the opportunity. It's nothing. You see, here is only thing that you are going to have is you're going to gain in your life. You're going to lose anything. You're not going to lose anything. The one thing you're going to lose, you know what? Your pains. Your sins are going to go. Maharaj ਤੁਹਾਨੂੰ ਸਭ ਕੁਝ ਦਿੰਦਾ ਹੈ. Guru Nanak's house gives you everything unconditionally. ਬਸ ਇੱਕ ਕੰਡੀਸ਼ਨ ਹੈ, ਜੋ ਗੁਰੂ ਕਹਿੰਦਾ ਉਹ ਮੰਨ ਲਓ, ਬਸ ਉਹੀ ਕਰੋ. Like the parents, as parents we tell our children, na, I'm advising you, you do this, you do that, you do this. ਆਪਾਂ ਕਹਿੰਦੇ ਆ ਨਾ, ਗੁਰੂ ਮਹਾਰਾਜ ਵੀ ਆਪਾਂ ਨੂੰ ਬਹੁਤ ਐਡਵਾਈਸ ਦਿੰਦੇ ਨੇ. ਮਹਾਰਾਜ ਬਹੁਤ ਕੁਝ ਆਪਾਂ ਨੂੰ ਸਮਝਾਉਂਦੇ. And this is reality, ਹੈ. It's not a choice that you're going to do it or not. You have to do it sooner or later. ਪੈਰੀ ਪੈਣਾ ਹੀ ਪੈਣਾ. ਨਹੀਂ ਤਾਂ ਬਹੁਤ ਦੁੱਖ ਭੋਗਣਾ ਪੈਂਦਾ ਹੈ. Now you ask your child not to do this, not to do that, not to murder anybody, but if he does, then he has to go to jail, right? Then he has to go to the court proceeding, all the things that he has to go to the pains, and he has to go through that because he didn't listen to you. In the same way, if we today, we listen to our Guru, then we don't have to go to Narka, Swarga, heaven, hell, all this reincarnation. We have to go there. We are done. One thing you must realize, your life is not forever. Put that behind your mind. If not today, tomorrow we have to go. That's the reality of life. So why waste your life? Achieve something which is higher. Achieve something that it doesn't bound you to birth and death. So ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ. ਪੈਰੀ ਪਵਨਾ ਜਿਹੜਾ ਹੈ ਇਹੀ ਸਤਿਗੁਰੂ ਦਾ ਉਪਦੇਸ਼ ਹੈ. So the next episode will be ਗਰੀਬੀ. What is ਗਰੀਬੀ all about? Okay, so ਉਹਦਾ ਆਪਾਂ ਵਿਚਾਰ ਅਗਲੇ ਐਪੀਸੋਡ 'ਚ ਕਰਾਂਗੇ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ.